ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਗੁਰਬਾਣੀ ਦੇ ਦੁਆਰਾ ਜੋ ਸਾਨੂੰ ਮਾਨਸਿਕ ਤਲ ਤੇ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹਲਾ ਨੌਵਾਂ। ਜਿਹ ਬਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਥੈ ਭਾਗ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ, ਜਿਨ੍ਹਾਂ ਵੱਲੋਂ ਇਹ ਪਾਵਨ ਸ਼ਲੋਕ ਉਚਾਰਨ ਕੀਤੇ, ਜਿਨ੍ਹਾਂ ਵਿੱਚੋਂ ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1427 ਉੱਪਰ ਸੁਭਾਈਮਾਨ ਨੇ। ਸਤਿਗੁਰੂ ਮਹਾਰਾਜ ਜੀ ਪਾਵਨ ਸ਼ਲੋਕ ਦੇ ਵਿੱਚ ਵਿਖਿਆ ਦੀ ਗੱਲ ਕਰਦੇ ਨੇ। ਵਿਖ ਕਹਿੰਦੇ ਨੇ ਜ਼ਹਿਰ ਨੂੰ। ਜਿਨ੍ਹਾਂ ਨੇ ਇਸ ਵਿਕਾਰਾਂ ਰੂਪੀ ਜ਼ਹਿਰ ਦਾ ਤਿਆਗ ਕੀਤਾ, ਅਸਲ ਵਿੱਚ ਉਹਨਾਂ ਨੇ ਬੈਰਾਗ ਦਾ ਭੇਖ ਧਾਰਨ ਕੀਤਾ ਹੈ। ਇਹ ਜਿਹੜੀ ਵਿਖ ਵਿਖਿਆ ਹੈ, ਜ਼ਹਿਰ ਹੈ, ਇਹ ਕਿਹਦੇ ਵਿੱਚੋਂ ਦੀ ਪੈਦਾ ਹੁੰਦੀ ਹੈ? ਮਾਇਆ ਦੇ ਵਿੱਚੋਂ। ਮਾਇਆ ਦਾ ਹੀ ਦੂਸਰਾ ਰੂਪ ਹੈ ਵਿਖਿਆ। ਤੇ ਮਾਇਆ ਕੀ ਹੈ? ਤਿੰਨ ਗੁਣਾਂ ਦਾ ਸਮੇਲ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਤਿੰਨ ਗੁਣਾਂ ਦੇ ਸਮੇਲ ਨੂੰ ਮਾਇਆ ਕਹਿੰਦੇ ਨੇ, ਜਿਹਦੀ ਰਚਨਾ ਪਰਮੇਸ਼ਵਰ ਨੇ ਕੀਤੀ ਹੈ। ਤੇ ਸਾਨੂੰ ਸੰਸਾਰ ਰੂਪੀ ਮਾਇਆ ਦੇ ਮੋਹ ਵਿੱਚੋਂ ਦੀ, ਇਹਦੀ ਮਮਤਾ ਵਿੱਚੋਂ ਦੀ, ਇਹਦੇ ਜ਼ਹਿਰ ਵਿੱਚੋਂ ਦੀ ਕੱਢ ਕੇ ਨਿਰੰਕਾਰ ਦੇ ਨਾਲ ਜੋੜਨਾ ਚਾਹੁੰਦੇ ਨੇ। ਔਰ ਉਹਦੇ ਵਾਸਤੇ ਸਾਨੂੰ ਵਿਖਿਆ ਨਹੀਂ, ਅੰਮ੍ਰਿਤ ਦੀ ਲੋੜ ਹੈ। ਅੰਮ੍ਰਿਤ ਰਸ ਸਾਨੂੰ ਚਾਹੀਦਾ ਹੈ। ਪਰ ਤ੍ਰੈ ਗੁਣੀ ਮਾਇਆ ਨੇ ਐਸਾ ਸਾਡਾ ਚਿੱਤ ਭਰਮਾ ਦਿੱਤਾ। ਅੰਮ੍ਰਿਤ ਬਾਣੀ ਵਿੱਚ ਸਾਹਿਬ ਜੀ ਦੇ ਬਚਨ ਨੇ ਕਿ ਮਾਇਆ ਚਿੱਤ ਭਰਮੇਣ, ਇਹ ਚਿੱਤ ਨੂੰ ਭਰਮਾ ਦਿੰਦੀ ਹੈ। ਤੇ ਜਦੋਂ ਇਹਨੇ ਚਿੱਤ ਨੂੰ ਭਰਮਾ ਦਿੱਤਾ ਤੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪੈਦਾ ਹੋ ਗਏ। ਜਦੋਂ ਇਹਨਾਂ ਪੰਜਾਂ ਨੇ ਮਨ ਦੇ ਉੱਤੇ ਆਪਣਾ ਅਸਰ ਪਾਇਆ ਤੇ ਮਨ ਨੂੰ ਹੁਣ ਅੰਮ੍ਰਿਤ ਰਸ ਚੰਗਾ ਨਹੀਂ ਲੱਗਦਾ। ਇਸ ਮਨ ਨੂੰ ਹੁਣ ਜ਼ਹਿਰ ਚੰਗੀ ਲੱਗਦੀ ਹੈ।
ਹੁਣ ਜਿਹੜੀ ਚੀਜ਼ ਸਾਨੂੰ ਸਵਾਦ ਲੱਗੇਗੀ ਅਸੀਂ ਉਹੀ ਬਾਰ-ਬਾਰ ਖਾਵਾਂਗੇ। ਜਿਹੜੀ ਚੀਜ਼ ਸਾਨੂੰ ਸਵਾਦ ਲੱਗੇਗੀ ਉਹਦੀ ਹੀ ਮੰਗ ਅਸੀਂ ਬਾਰ-ਬਾਰ ਕਰਾਂਗੇ। ਹੁਣ ਇਸ ਮਨ ਨੂੰ ਜਿਹੜਾ ਰਸ ਲੱਗ ਗਿਆ ਉਹ ਸੀ ਬਿਖ ਜ਼ਹਿਰ ਦਾ, ਤੇ ਜਦੋਂ ਮਨ ਨੂੰ ਅੰਮ੍ਰਿਤ ਰਸ ਦੇਣ ਦੀ ਕੋਸ਼ਿਸ਼ ਕੀਤੀ ਤੇ ਮਨ ਨੇ ਇਨਕਾਰ ਕਰ ਦਿੱਤਾ, ਕਿਉਂਕਿ ਇਹਨੂੰ ਅੰਮ੍ਰਿਤ ਹੁਣ ਕੌੜਾ ਲੱਗਦਾ ਹੈ ਤੇ ਵਿਖਿਆ ਜ਼ਹਿਰ ਮਿੱਠੀ ਲੱਗਦੀ ਹੈ। ਇਹਦਾ ਮਤਲਬ ਸੱਚ ਕੌੜਾ ਲੱਗਦਾ ਹੈ ਤੇ ਝੂਠ ਮਿੱਠਾ ਲੱਗਦਾ ਹੈ। ਇਹਨੂੰ ਵਿਕਾਰ ਚੰਗੇ ਲੱਗਦੇ ਨੇ, ਬੁਰਾਈਆਂ ਚੰਗੀ ਲੱਗਦੀਆਂ, ਅਵਗਣ ਚੰਗੇ ਲੱਗਦੇ ਨੇ, ਚੰਗਿਆਈਆਂ ਇਹਨੂੰ ਮਾੜੀਆਂ ਲੱਗਦੀਆਂ ਨੇ, ਚੰਗੇ ਰਸਤੇ ਇਹਨੂੰ ਮਾੜੇ ਲੱਗਦੇ ਨੇ। ਅੰਮ੍ਰਿਤ ਇਹਦੇ ਵਾਸਤੇ ਹੁਣ ਕੌੜਾ ਜਿਹੜਾ ਸੀ ਉਹ ਹੋ ਗਿਆ, ਕਿਉਂਕਿ ਇਹਦੇ ਉੱਤੇ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਐਸਾ ਪੈ ਗਿਆ ਜਿਹਦੇ ਕਰਕੇ ਇਹਨੂੰ ਵਿਖਿਆ ਦਾ ਰਸ ਲੱਗ ਗਿਆ। ਕਹਿੰਦੇ ਨੇ ਨਾ ਵੀ ਜਿਹੜਾ ਮੂੰਹ ਨੂੰ ਸਵਾਦ ਲੱਗ ਜਾਏ ਉਹਨੂੰ ਮੁੜ ਕੇ ਹਟਾਉਣਾ ਬੜਾ ਔਖਾ ਹੁੰਦਾ ਹੈ। ਜਿਨ੍ਹਾਂ ਨੂੰ ਦੁਨਿਆਵੀ ਨਸ਼ਿਆਂ ਦੇ ਵਿਕਾਰਾਂ ਦੇ ਸਵਾਦ ਲੱਗੇ ਹੋਏ ਨੇ, ਜਾਂ ਜਿਹੜੇ ਨਸ਼ਿਆਂ 'ਚ ਗਲਤਾਨ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਇਹ ਤੇ ਜ਼ਹਿਰ ਹੈ, ਤੁਸੀਂ ਇਹਨੂੰ ਛੱਡਦੇ ਕਿਉਂ ਨਹੀਂ? ਉਹ ਕਹਿਣ ਲੱਗੇ ਛੱਡਣਾ ਬਹੁਤ ਔਖਾ ਹੈ, ਕਿਉਂਕਿ ਇਹਦਾ ਸਵਾਦ ਸਾਨੂੰ ਲੱਗ ਚੁੱਕਾ ਹੈ, ਤੇ ਜਿੰਨਾ ਚਿਰ ਇਹ ਰਸ ਸਾਨੂੰ ਮਿਲਦਾ ਨਹੀਂ ਉਨਾ ਚਿਰ ਸਾਡੀ ਜਾਨ ਵਿੱਚ ਜਾਨ ਨਹੀਂ ਆਉਂਦੀ। ਪਰ ਜਦੋਂ ਮਨ ਰਾਜੀ ਹੋ ਜਾਏ, ਮਨ ਮੰਨ ਜਾਏ, ਉਦੋਂ ਉਹੀ ਵਿਖਿਆ ਕੌੜੀ ਲੱਗਣ ਲੱਗ ਜਾਂਦੀ ਹੈ ਤੇ ਅੰਮ੍ਰਿਤ ਮਿੱਠਾ ਲੱਗਣ ਲੱਗ ਜਾਂਦਾ ਹੈ। ਪਰ ਮਨ ਕਦੋਂ ਮੰਨੇਗਾ? ਜਦੋਂ ਉਹ ਗੁਰੂ ਦੇ ਦਰ ਤੇ ਗੁਰਬਾਣੀ ਦੇ ਨਾਲ ਜੁੜੇ। ਗੁਰਬਾਣੀ ਨੂੰ ਆਪਣੇ ਮਨ ਨਾਲ ਅਸੀਂ ਕਿਉਂ ਜੋੜਨਾ ਹੈ? ਇਸੇ ਵਾਸਤੇ ਜੋੜਨਾ ਹੈ ਕਿ ਮਨ ਇਸ ਵਿਸ਼ੇ ਵਿਕਾਰਾਂ ਦੇ ਰਸ ਵਿੱਚੋਂ ਨਿਕਲ ਕੇ ਨਾਮ ਦਾ ਰਸ ਲੈ ਲਵੇ। ਜਦੋਂ ਗੁਰੂ ਦੁਆਰੇ ਆਏ ਤੇ ਸਤਿਗੁਰੂ ਜੀ ਨੇ ਸਾਨੂੰ ਮਨ ਨੂੰ ਬਾਰ-ਬਾਰ ਮਾਨਸਿਕ ਤਲ ਤੇ ਸਾਨੂੰ ਬਾਰ-ਬਾਰ ਸਮਝਾਇਆ ਕਿ ਤੂੰ ਇਸ ਵਿਸ਼ੇ ਵਿਕਾਰਾਂ ਦੇ ਵਿੱਚੋਂ ਦੀ ਨਿਕਲ। ਸਾਹਿਬ ਜੀ ਕਹਿੰਦੇ ਮੈਂ ਹਾਲਤ ਵੇਖੀ ਹੈ, ਜਿਹੜੇ ਹੁਣ ਵਿਖਿਆ ਜ਼ਹਿਰ ਕਿਹਨੂੰ ਮਿੱਠੀ ਲੱਗਦੀ ਹੈ, ਅੰਮ੍ਰਿਤ ਕਿਹਨੂੰ ਕੌੜਾ ਲੱਗਦਾ ਹੈ? ਜਿਹੜਾ ਸਾਕਤ ਹੋਵੇ, ਮਨਮੁਖ ਹੋਵੇ। ਕਿਉਂਕਿ ਗੁਰਮੁਖ ਨੂੰ ਤੇ ਅੰਮ੍ਰਿਤ ਮਿੱਠਾ ਲੱਗਦਾ ਹੈ ਤੇ ਇਹ ਜ਼ਹਿਰ ਕੌੜੀ ਲੱਗਦੀ ਹੈ। ਤਾਈ ਤੇ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਦੁਨੀਆ ਦੀ ਹਾਲਤ ਵੇਖੀ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡੀਠੀ। ਨੈਨੋ ਡੀਠੀ ਦਾ ਅਰਥ ਹੈ ਮੈਂ ਅੱਖਾਂ ਨਾਲ ਵੇਖੀ ਹੈ। ਸਾਕਤ ਜਿਹੜਾ ਪਰਮੇਸ਼ਵਰ ਨਾਲੋਂ ਸਾਂਝ ਤੋੜ ਬੈਠਾ ਹੈ, ਜਿਹਦੀ ਨਿਰੰਕਾਰ ਨਾਲੋਂ ਸਾਂਝ ਟੁੱਟ ਗਈ ਤੇ ਸੰਸਾਰ ਦੇ ਨਾਲ ਬਣ ਗਈ। ਵਿਦ ਦਾ ਅਰਥ ਹੁੰਦਾ ਹਾਲਤ। ਉਸ ਸਾਕਤ ਬੰਦੇ ਦੀ ਹਾਲਤ ਮੈਂ ਵੇਖੀ ਹੈ, ਜਿਹਨੂੰ ਅੰਮ੍ਰਿਤ ਕੌੜਾ ਲੱਗ ਰਿਹਾ ਹੈ ਤੇ ਵਿਖਿਆ ਜ਼ਹਿਰ ਮਿੱਠੀ ਲੱਗ ਰਹੀ ਹੈ। ਹੁਣ ਇਹੋ ਜਿਹੀ ਦੀ ਹਾਲਤ ਕੀ ਹੁੰਦੀ ਹੈ? ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਹੰਕਾਰ ਰਿਝਾਨਾ, ਨਾਮ ਸੁਨਤ ਬਿਛੁਆ ਡਸਾਨਾ। ਕੂੜ ਵਿੱਚ, ਹੰਕਾਰ ਦੇ ਵਿੱਚ, ਕਪਟ ਦੇ ਵਿੱਚ ਹੀ ਕਹਿੰਦੇ ਬਸ ਪ੍ਰਸੰਨ ਹੁੰਦਾ ਹੈ। ਇਹਨੂੰ ਹੰਕਾਰ ਦੀ ਬੋਲੀ ਬੋਲਣੀ ਚੰਗੀ ਲੱਗਦੀ ਹੈ, ਇਹਨੂੰ ਝੂਠ ਬੋਲਣਾ, ਕੂੜ ਬੋਲਣਾ ਚੰਗਾ ਲੱਗਦਾ ਹੈ। ਤੇ ਜੇ ਕਿਤੇ ਇਹੋ ਜਿਹੇ ਬੰਦੇ ਨੂੰ ਨਾਮ ਸੁਣਨਾ ਪੈ ਜਾਏ ਨਾ, ਨਾਮ ਸੁਣਾ ਦਿਓ, ਕਿਉਂਕਿ ਨਾਮ ਸੱਚਾ ਹੈ। ਨਾਮ ਦੇ ਵਿੱਚ ਸੱਚਾਈ ਹੈ, ਨਾਮ ਵਿੱਚ ਅੰਮ੍ਰਿਤ ਰਸ ਹੈ। ਜਦੋਂ ਤੁਸੀਂ ਇਹਨੂੰ ਨਾਮ ਸੁਣਾਓਗੇ ਤੇ ਇਦਾਂ ਲੱਗੇਗਾ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਮਨਮੁਖ ਦੀ। ਉਹਨੂੰ ਅੰਮ੍ਰਿਤ ਬਾਣੀ ਕਿਉਂ ਨਹੀਂ ਚੰਗੀ ਲੱਗਦੀ? ਉਹਨੂੰ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਕਿਉਂ ਨਹੀਂ ਚੰਗੀ ਲੱਗਦੀ? ਕਿਉਂਕਿ ਉਹਨੂੰ ਇਦਾਂ ਲੱਗਦਾ ਜਦੋਂ ਮੈਂ ਗੁਰਬਾਣੀ ਸੁਣਦਾ ਤੇ ਜਿਵੇਂ ਬਿੱਛੂ ਡੰਗ ਮਾਰਦਾ ਨਾ। ਇਸੇ ਤਰ੍ਹਾਂ ਉਸ ਸਾਕਤ ਬੰਦੇ ਦੀ ਹਾਲਤ ਹੈ। ਨਾਮ ਸੁਨਤ
ਬਿਛੂਆ ਡਸਾਨਾ, ਇਦਾਂ ਲੱਗਦਾ ਜਿਵੇਂ ਬਿਛੂ ਨੇ ਡੰਗ ਮਾਰਿਆ ਹੋਵੇ। ਇੰਨੀ ਤਕਲੀਫ, ਇੰਨਾ ਦੁੱਖ ਹੁੰਦਾ ਹੈ ਨਾਮ ਸੁਣਨ ਲੱਗਿਆਂ ਕਿਹਨਾਂ ਨੂੰ, ਜਿਹੜੇ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਗਲਤਾਨ ਹੋਏ ਪਏ ਨੇ। ਫਿਰ ਇਹਨੂੰ ਸਮਝਾਉਣ ਦਾ ਯਤਨ ਕੀਤਾ ਵੀ ਵੱਡਮੁੱਲਾ ਜਨਮ, ਮਨੁੱਖਾ ਜਨਮ ਤੂੰ ਲੈ ਕੇ ਆਇਆ, ਇਸ ਵੱਡਮੁੱਲੇ ਜਨਮ ਨੂੰ ਤੂੰ ਅਜਾਈ ਨਾ ਗਵਾ, ਇਹਨੂੰ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਗਲਤਾਨ ਹੋ ਕੇ ਨਾ ਗਵਾ, ਇਹਨੂੰ ਇਸ ਜਨਮ ਨੂੰ ਲੇਖੇ ਵਿੱਚ ਲਾ। ਤੂੰ ਅੰਮ੍ਰਿਤ ਦਾ ਰਸ ਲੈਣ ਵਾਸਤੇ ਆਇਆ ਇਸ ਜਨਮ ਵਿੱਚ। ਗੁਰਬਾਣੀ ਰਾਹੀਂ ਸਮਝਾਇਆ ਕਿ 184 ਭ੍ਰਮ ਤੇ ਦੁਰਲਭ ਜਨਮ ਅਬ ਪਾਇਓ ਰੇ। ਹੇ ਪ੍ਰਾਣੀ, ਤੂੰ ਪਤਾ ਹੀ ਨਹੀਂ ਕਿੰਨੇ ਜਨਮਾਂ ਤੋਂ ਭਟਕਦਾ ਆ ਜਿਹੜਾ ਵੱਡਮੁੱਲਾ ਜਨਮ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਰੇ ਮੂੜੇ ਹੋਛੈ ਰਸ ਲਪਟਾਇਓ। ਹੇ ਮੂਰਖ ਪ੍ਰਾਣੀ, ਮਨ ਨੂੰ ਕਹਿ ਰਿਹਾ, ਕਿਉਂਕਿ ਮੂਰਖ ਸਰੀਰ ਨਹੀਂ ਬਣਦਾ, ਮੂਰਖ ਮਨ ਬਣਦਾ। ਸਿਆਣਾ ਵੀ ਮਨ ਨੇ ਬਣਨਾ, ਮੂਰਖ ਵੀ ਮਨ ਨੇ ਬਣਨਾ। ਅੰਮ੍ਰਿਤ ਦਾ ਰਸ ਵੀ ਮਨ ਨੇ ਲੈਣਾ ਤੇ ਵਿਖਿਆ ਜ਼ਹਿਰ ਦਾ ਰਸ ਵੀ ਮਨ ਨੇ ਲੈਣਾ। ਮਨ ਨੇ ਹੀ ਸਾਨੂੰ ਸਾਧ ਬਣਾਉਣਾ, ਮਨ ਨੇ ਹੀ ਸਾਨੂੰ ਚੋਰ ਬਣਾਉਣਾ, ਮਨ ਨੇ ਹੀ ਗੁਰਮੁਖ ਬਣਾਉਣਾ ਤੇ ਮਨ ਨੇ ਹੀ ਮਨਮੁਖ ਬਣਾਉਣਾ। ਸਾਡਾ ਜੀਵਨ ਜਿਹੜਾ ਉਹ ਮਨ ਦੇ ਉੱਤੇ ਡਿਪੈਂਡ ਹੈ। ਜਿੱਦਾਂ ਦੀ ਮਨ ਦੀ ਹਾਲਤ ਹੋਏਗੀ ਉਦਾਂ ਦਾ ਹੀ ਸਾਡਾ ਜੀਵਨ ਹੋਏਗਾ, ਉਸੇ ਤਰ੍ਹਾਂ ਦੀ ਸਾਡੀ ਸੋਚ ਹੋਏਗੀ, ਸਾਡਾ ਆਚਰਣ ਹੋਏਗਾ, ਸਾਡਾ ਕਰੈਕਟਰ ਉਸ ਤਰ੍ਹਾਂ ਦਾ ਹੋਏਗਾ। ਇਸ ਲਈ ਗੁਰਬਾਣੀ ਦੇ ਵਿੱਚ ਮਨ ਨੂੰ ਹੀ ਕਾਬੂ ਕਰਨ ਦਾ ਯਤਨ ਕੀਤਾ ਗਿਆ। ਗੁਰਬਾਣੀ ਦੇ ਦੁਆਰਾ ਮਨ ਨੂੰ ਸੰਬੋਧਨ ਕੀਤਾ ਗਿਆ, ਕਿਉਂਕਿ ਇਹਦਾ ਆਚਰਣ ਚੰਗਾ ਤੇ ਮਾੜਾ ਮਨ ਦੇ ਰਾਹੀਂ ਹੀ ਹੋਣਾ ਹੈ। ਜੇ ਬਦਨਾਮੀ ਵੀ ਹੋਣੀ ਹੈ ਤਾਂ ਮਨ ਦੇ ਰਾਹੀਂ ਹੋਣੀ ਹੈ, ਜੇ ਸ਼ੋਭਾ ਮਿਲਣੀ ਹੈ ਤਾਂ ਵੀ ਮਨ ਦੇ ਰਾਹੀਂ ਹੈ। ਇਸ ਲਈ ਮਨ ਨੂੰ ਸੰਬੋਧਨ ਕੀਤਾ ਵੀ ਮੂਰਖ ਮਨ, ਤੂੰ ਹੋਛੇ ਰਸ ਵਿੱਚ ਗਲਤਾਨ ਹੋਈ ਜਾਣਾ। ਅੰਮ੍ਰਿਤ ਸੰਗ ਬਸਤ ਹੈ ਤੇਰੇ, ਵਿਖਿਆ ਸਿਉ ਉਰਜਾਇਓ। ਤੇਰੇ ਨਾਲ ਅੰਮ੍ਰਿਤ ਵਸਦਾ ਹੈ, ਪਰ ਤੂੰ ਫਿਰ ਵੀ ਵਿਸ਼ੇ ਵਿਕਾਰਾਂ ਦੇ ਰਸ ਵਿੱਚ ਹੀ ਉਲਝਿਆ ਪਿਆ। ਜਿਸ ਤਰ੍ਹਾਂ ਇੱਕ ਫੁੱਲ, ਉਹਦੇ ਵਿੱਚ ਰਸ ਹੁੰਦਾ ਹੈ। ਹੁਣ ਉਹ ਜਿਹੜਾ ਫੁੱਲ ਹੈ ਉਹਦੇ ਰਸ ਨੂੰ ਲੈਣ ਵਾਸਤੇ ਭੰਵਰਾ ਉਡਾਰੀ ਮਾਰ ਕੇ ਆਉਂਦਾ ਹੈ ਤੇ ਉਸ ਰਸ ਦੀ ਕੀਮਤ ਨੂੰ ਜਾਣਦਿਆਂ ਉਸ ਰਸ ਦਾ ਆਨੰਦ ਲੈਂਦਾ ਹੈ। ਪਰ ਉਸੇ ਹੀ ਫੁੱਲ ਦੀ ਜੜ ਦੇ ਵਿੱਚ ਕਹਿੰਦੇ ਇੱਕ ਡੱਡੂ ਬੈਠਾ ਹੈ ਪਾਣੀ ਦੇ ਵਿੱਚ, ਪਰ ਉਹਨੂੰ ਉਸ ਫੁੱਲ ਦੇ ਰਸ ਨਾਲ ਕੋਈ ਮਤਲਬ, ਕੋਈ ਲੈਣ ਦੇਣ ਨਹੀਂ ਹੈ। ਉਹਨੇ ਤੇ ਪਾਣੀ ਵਿੱਚ ਬੈਠੇ ਨੇ ਬਸ ਜਾਲੇ ਹੀ ਖਾਈ ਜਾਣੇ ਨੇ। ਇਹੀ ਹਾਲਤ ਸਾਡੇ ਮਨ ਦੀ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਘਰ ਦੇ ਅੰਦਰ ਹੀ ਅੰਮ੍ਰਿਤ ਹੈ, ਪਰ ਮਨਮੁਖ ਨੇ ਉਹਦਾ ਸਵਾਦ ਨਾ ਜਾਣਿਆ, ਉਹਦਾ ਰਸ ਨਾ ਜਾਣਿਆ। ਜਿਵੇਂ ਇੱਕ ਡੱਡੂ ਜੜ ਵਿੱਚ ਬੈਠਾ ਪਾਣੀ ਵਿੱਚ ਜਾਲੇ ਹੀ ਖਾਈ ਜਾਂਦਾ ਹੈ, ਪਰ ਉਹਨੂੰ ਉਸ ਫੁੱਲ ਦੇ ਰਸ ਦਾ ਪਤਾ ਹੀ ਕੋਈ ਨਹੀਂ। ਭੰਵਰੇ ਨੂੰ ਪਤਾ ਹੈ, ਉਹ ਉਡਾਰੀ ਮਾਰ ਕੇ ਆਉਂਦਾ ਹੈ ਤੇ ਰਸ ਲੈ ਕੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਗਈਆਂ ਮੱਝੀਆਂ ਵੇਖਦੇ ਹੋ, ਉਹਨਾਂ ਦੇ ਥਣ ਵੇਖਦੇ ਹੋ ਜਿੱਥੋਂ ਅੰਮ੍ਰਿਤ ਵਰਗਾ ਦੁੱਧ ਮਿਲਦਾ ਹੈ, ਪਰ ਉਹਦੇ ਨਾਲ ਚਿੱਚੜ ਲੱਗੇ ਹੁੰਦੇ ਨੇ। ਉਹ ਜਿਹੜੇ ਚਿੱਚੜ ਲੱਗੇ ਹੁੰਦੇ ਨੇ ਉਹ ਕੋਈ ਦੁੱਧ ਨਹੀਂ ਚੁੰਗਦੇ ਹੁੰਦੇ ਜਾਂ ਦੁੱਧ ਦਾ ਸਵਾਦ ਨਹੀਂ ਲੈ ਰਹੇ ਹੁੰਦੇ, ਉਹ ਉਹਦੇ ਮਾਸ ਨਾਲ ਚਿਮੜੇ ਹੋਏ ਉਹਦਾ ਲਹੂ ਪੀ ਰਹੇ ਹੁੰਦੇ ਨੇ, ਉਹਦਾ ਖੂਨ ਪੀ ਰਹੇ ਹੁੰਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਖੂਨ ਦਾ ਸਵਾਦ ਆ ਰਿਹਾ ਹੈ, ਉਹ ਦੁੱਧ ਦਾ ਸਵਾਦ ਲੈ ਹੀ ਨਹੀਂ ਸਕਦੇ। ਧਰਮ ਦੀ ਦੁਨੀਆ ਦੇ ਵਿੱਚ ਵੀ ਇਹਦੇ ਅਰਥ ਕੀ ਕਰਾਂਗੇ? ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ ਦਾ ਅਰਥ ਕੀ ਕਰਾਂਗੇ? ਜਦੋਂ ਅਸੀਂ ਵੇਖਦੇ ਹਾਂ ਨਨਕਾਣਾ ਸਾਹਿਬ ਦਾ ਸਾਕਾ, ਜਦੋਂ ਅਸੀਂ ਤਰਨ ਤਾਰਨ ਸਾਹਿਬ ਦੇਖਦੇ ਹਾਂ, ਸ਼ਹਾਦਤ ਹੁੰਦੀ ਹੈ, ਪੰਜਾ ਸਾਹਿਬ ਦਾ ਸਾਕਾ, ਉਹਨਾਂ ਉੱਤੇ ਜਿਹੜੇ ਮਹੰਤ ਬੈਠੇ ਨੇ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਭਾਵ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਰੱਬੀ ਬਾਣੀ ਦਾ ਖਜ਼ਾਨਾ ਹੈ, ਪਰ ਉਹ ਜਿਹੜੇ ਨੇ ਉਹ ਮਨਮੁਖ ਇਹ ਰਸ ਲੈਂਦੇ ਹੀ ਨਹੀਂ।
ਉਹ ਤਾਂ ਦੂਜੇ ਰਸ ਵਿੱਚ ਗਲਤਾਨ ਨੇ। ਇਹੀ ਕਾਰਨ ਸੀ ਕਿ ਕਦੇ ਮੱਸਾ ਰੰਗੜ ਆਉਂਦਾ ਹੈ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਜਿੱਥੇ ਅੰਮ੍ਰਿਤ ਰਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਉੱਥੇ ਅੰਮ੍ਰਿਤ ਵੰਡਿਆ ਜਾਂਦਾ ਸੀ। ਪਰ ਮਨਮੁਖ ਨੇ ਉਹ ਸਵਾਦ ਨਾ ਜਾਣਿਆ, ਉੱਥੇ ਹੀ ਨਸ਼ੇ ਵੰਡਣੇ ਸ਼ੁਰੂ ਕਰ ਦਿੱਤੇ। ਜਿੱਥੇ ਸਾਜ਼ ਵੱਜਦੇ ਨੇ ਗੁਰਬਾਣੀ ਦੇ ਕੀਰਤਨ ਦੇ ਦੁਆਰਾ, ਉੱਥੇ ਹੁਣ ਪੈਰਾਂ ਵਿੱਚ ਘੁੰਗਰੂ ਦੇ ਜਿਹੜੇ ਨੇ ਉਹਨਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਘਰ ਦੇ ਵਿੱਚ ਅੰਮ੍ਰਿਤ ਤਾਂ ਸੀ, ਪਰ ਉਸ ਮਨਮੁਖ ਨੇ ਉਹਦਾ ਸਵਾਦ ਨਹੀਂ ਜਾਣਿਆ। ਨਾ ਜਾਣਨ ਕਰਕੇ ਉਹਨੇ ਬੇਕਦਰੀ ਕਰ ਦਿੱਤੀ, ਦੁਰਵਰਤੋਂ ਕੀਤੀ। ਜਦੋਂ ਬੇਕਦਰੀ ਦੁਰਵਰਤੋਂ ਕੀਤੀ, ਫਿਰ ਗੁਰੂ ਕੇ ਸਿੰਘਾਂ ਨੂੰ ਸੌਦਾ ਲਾਉਣਾ ਪਿਆ ਮੱਸਾ ਰੰਗੜ ਦਾ। ਉਹਦਾ ਸਿਰ ਲਾਉਣਾ ਪਿਆ ਕਿ ਦੇਖ ਤੇਰੇ ਦਿਮਾਗ ਵਿੱਚ ਜਿਹੜੀ ਜ਼ਹਿਰ ਭਰੀ ਪਈ ਹੈ ਨਾ, ਇਸ ਜ਼ਹਿਰ ਨੂੰ ਕੱਢਣ ਲਈ ਤੇਰਾ ਸਿਰ ਲਾਉਣਾ ਹੀ ਜ਼ਰੂਰੀ ਹੈ। ਜਿਹੜਾ ਤੇਰੇ ਦਿਮਾਗ ਵਿੱਚ ਗੰਦਗੀ ਭਰੀ ਪਈ ਹੈ, ਤੂੰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਵਿੱਤਰ ਅਸਥਾਨ ਜਿੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਤੂੰ ਉੱਥੇ ਜ਼ਹਿਰ ਵੰਡਣ ਲੱਗ ਪਿਆ। ਪੈਰਾਂ ਦੇ ਵਿੱਚ ਘੁੰਗਰੂ ਪਵਾ ਕੇ ਤੂੰ ਨਚਾਉਣ ਲੱਗ ਪਿਆ, ਨਚਾਰ ਜਿਹੜੇ ਨੇ ਨਚਾਉਣ ਲੱਗ ਪਿਆ। ਫਿਰ ਗੁਰੂ ਕੇ ਸਿੰਘ ਉਹਦਾ ਸੌਦਾ, ਅਸਲ ਵਿੱਚ ਕਲਾ ਤੇ ਗੁਰੂ ਦੀ ਵਰਤਦੀ ਹੈ ਕਿ ਜਿਹਨੇ ਅੰਮ੍ਰਿਤ ਜਿੱਥੇ ਵੰਡਿਆ ਜਾਂਦਾ ਉੱਥੇ ਜ਼ਹਿਰ ਵੰਡਦਾ ਸੀ, ਫਿਰ ਉਹਦਾ ਸਿਰ ਵੀ ਲਾਉਣਾ ਪਿਆ। ਇਸੇ ਤਰ੍ਹਾਂ ਜਿਹੜੇ ਮਹੰਤ ਗੁਰੂ ਧਾਮ ਉੱਤੇ ਆਪਣਾ ਕਬਜ਼ਾ ਕਰਕੇ ਬੈਠੇ, ਅੰਮ੍ਰਿਤ ਬਾਣੀ ਦਾ ਰਸ ਹੈ ਪਰ ਉਹਦਾ ਸਵਾਦ ਲੈਣ ਦੀ ਬਜਾਏ ਹੋਰ ਸਵਾਦ ਲੈ ਰਹੇ ਨੇ, ਹੋਰ ਰਸ ਜਿਹੜੇ ਸੀ ਉਹ ਲੈਂਦੇ ਨੇ। ਫਿਰ ਸਾਕਾ ਵਰਤਿਆ। ਗੁਰੂ ਕੇ ਸਿੰਘਾਂ ਨੇ ਉਸ ਅੰਮ੍ਰਿਤ ਰਸ ਨੂੰ ਬਰਕਰਾਰ ਰੱਖਣ ਵਾਸਤੇ ਆਪਣਾ ਲਹੂ ਡੋਲ ਕੇ ਉਹਨਾਂ ਥਾਵਾਂ ਨੂੰ ਪਵਿੱਤਰ ਕਰਨ ਦਾ ਯਤਨ ਕੀਤਾ ਕਿ ਅਸੀਂ, ਇੱਕ ਤਾਂ ਹੁੰਦਾ ਨਾ ਵੀ ਚਲੋ ਦੁੱਧ ਨਾਲ ਧੋ ਦਿਓ ਇਹ ਥਾਂ, ਕਹਿਣ ਲੱਗੇ ਨਹੀਂ, ਆਹ ਜਿਹੜੇ ਵਿਸ਼ੇ ਵਿਕਾਰਾਂ ਨਾਲ ਗੰਦਗੀ ਨਾਲ ਭਰੇ ਪਏ ਨੇ, ਮਹੰਤ ਨਰੈਣੂ ਵਰਗੇ ਕਹਿੰਦੇ ਇਹੋ ਜਿਹਿਆਂ ਦੇ ਪਾਪ ਨੂੰ ਧੋਣ ਵਾਸਤੇ, ਜ਼ਹਿਰ ਬਿਖ ਨੂੰ ਕੱਢਣ ਵਾਸਤੇ ਸਾਨੂੰ ਆਪਣਾ ਲਹੂ ਡੋਲਣਾ ਪੈਣਾ ਹੈ। ਔਰ ਉਹਨਾਂ ਨੇ ਆਪਣਾ ਖੂਨ ਡੋਲ ਕੇ ਉਹਨਾਂ ਅਸਥਾਨਾਂ ਨੂੰ ਧੋ ਕੇ ਪਵਿੱਤਰ ਕੀਤਾ ਤਾਂ ਕਿ ਅੰਦਰ ਅੰਮ੍ਰਿਤ ਵਰਸਦਾ ਹੈ ਤੇ ਅੰਮ੍ਰਿਤ ਹੀ ਵਰਸਦਾ ਰਹੇ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਤੇ ਰੋਜ਼ ਝਿਮ ਝਿਮ ਕਰਕੇ ਵਰਸ ਰਹੀ ਹੈ। ਪਰ ਜੇ ਹੁਣ ਸਾਨੂੰ ਹੀ ਉਹਦਾ ਸਵਾਦ ਨਾ ਆਵੇ, ਉਹਦਾ ਰਸ ਆਪਾਂ ਲਈਏ ਨਾ, ਜ਼ਹਿਰ ਨਾਲ ਭਰੇ ਆਏ ਤੇ ਜ਼ਹਿਰ ਨਾਲ ਭਰੇ ਚਲੇ ਗਏ, ਤੇ ਫਿਰ ਸਾਡਾ ਆਉਣਾ ਜਿਹੜਾ ਸੀ ਉਹ ਸਫਲ ਕਿਵੇਂ ਹੋਏਗਾ। ਗੁਰਬਾਣੀ ਦੇ ਦੁਆਰਾ ਸਾਨੂੰ ਵੱਖ-ਵੱਖ ਰੂਪ ਵਿੱਚ ਸਮਝਾਇਆ ਗਿਆ, ਤੇ ਜਿਹਨੂੰ ਸਮਝ ਆਉਂਦੀ ਗਈ ਉਹ ਨਾਲ ਬੇਨਤੀ ਵੀ ਕਰਦਾ ਗਿਆ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮੈਂ ਕਬੂਲਦਾ ਹਾਂ ਮਹਾਰਾਜ ਜੀ, ਮੈਂ ਅੰਮ੍ਰਿਤ ਛੱਡ ਕੇ ਵਿਖੇ ਵਿਕਾਰਾਂ ਵਿੱਚ ਪੈ ਕੇ ਬਿਖ ਹੀ ਖਾਂਦਾ ਰਿਹਾ, ਮੈਂ ਜ਼ਹਿਰ ਹੀ ਖਾਂਦਾ ਰਿਹਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੇਰੇ ਮੂੰਹ ਨੂੰ ਜ਼ਹਿਰ ਦਾ ਸਵਾਦ ਲਾ ਦਿੱਤਾ। ਹੁਣ ਜੋ ਕਾਮ ਦੇ ਕਰਕੇ ਰਸ ਚਾਹੀਦਾ ਮੈਂ ਉਹੀ ਰਸ ਲੈ ਰਿਹਾ, ਜੋ ਕ੍ਰੋਧ ਦੇ ਵਿੱਚ ਰਸ ਚਾਹੀਦਾ ਮੈਂ ਉਹੀ ਰਸ ਲੈ ਰਿਹਾ, ਜੋ ਲੋਭ ਵਿੱਚ ਰਸ ਚਾਹੀਦਾ ਮੈਂ ਉਹੀ ਰਸ ਲੈ ਰਿਹਾ, ਜਿਹੜਾ ਹੰਕਾਰ ਦੇ ਵਿੱਚ ਰਸ ਚਾਹੀਦਾ ਉਹੀ ਰਸ ਮੈਂ ਲੈ ਰਿਹਾ। ਮੈਨੂੰ ਨਿੰਦਾ ਕਰਨੀ ਚੰਗੀ ਲੱਗਦੀ ਹੈ, ਕਿਸੇ ਦੀ ਸੁਣਨੀ, ਬੁਰਿਆਈ ਸੁਣਨੀ ਚੰਗੀ ਲੱਗਦੀ ਹੈ, ਚੁਗਲੀ ਕਰਨੀ ਚੰਗੀ ਲੱਗਦੀ ਹੈ, ਉਹ ਸੁਣਨੀ ਚੰਗੀ ਲੱਗਦੀ ਹੈ। ਕਿਉਂਕਿ ਜਦੋਂ ਕੋਈ ਸੱਚੀ ਗੱਲ ਕਹਿੰਦਾ ਤੇ ਮੈਨੂੰ ਇਦਾਂ ਲੱਗਦਾ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ। ਪਰ ਝੂਠੀਆਂ ਵਿਕਾਰਾਂ ਵਾਲੀਆਂ ਗੱਲਾਂ, ਜ਼ਹਿਰ ਭਰੀਆਂ ਗੱਲਾਂ ਸੁਣਨੀਆਂ ਬਹੁਤ ਮਿੱਠੀਆਂ ਲੱਗਦੀਆਂ ਨੇ, ਕਿਉਂਕਿ ਹਾਲਤ ਹੀ ਇਸ ਤਰ੍ਹਾਂ ਦੀ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਉਹ ਵਿਖਿਆ ਮਿੱਠੀ ਕਰਨ ਹੋਣ ਕਰਕੇ ਇਹ ਸਾਰਾ ਕੁਝ ਚੰਗਾ ਲੱਗ ਰਿਹਾ ਹੈ। ਪਰ ਅੱਜ ਅਸੀਂ ਕਬੂਲ ਕਰਦੇ ਹਾਂ ਸਤਿਗੁਰੂ, ਜੋ ਤੁਸੀਂ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਆਏ, ਜਿਹਨੂੰ ਸਮਝ ਆਈ ਉਹਨੇ ਫਿਰ ਕਬੂਲ ਕੀਤਾ। ਹਮ ਅਵਗਣ ਭਰੇ ਏਕ ਗੁਣ ਨਹੀਂ, ਇੱਕ ਵੀ ਗੁਣ ਨਹੀਂ ਮੇਰੇ ਵਿੱਚ। ਮੈਂ ਕਬੂਲ ਕਰਦਾ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮੈਂ ਅੰਮ੍ਰਿਤ ਨੂੰ ਛੱਡ ਕੇ, ਉਹਦੇ ਰਸ ਨੂੰ ਛੱਡ ਕੇ
ਵਿਖੇ ਵਿਖ, ਮੈਂ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਬਸ ਉਹੀ ਜ਼ਹਿਰ ਦਾ ਰਸ ਹੀ ਲੈਂਦਾ ਰਿਹਾ ਹਾਂ। ਮਾਇਆ ਮੋਹ ਭਰਮ ਬੈ ਭੂਲੇ ਸੁਤ ਦਾਰਾ, ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ। ਸਤਿਗੁਰੂ ਤੁਹਾਡੀ ਸੰਗਤ ਕੋਲੋਂ ਇੱਕ ਉੱਤਮ ਪੰਥ ਸੁਣਿਆ, ਰਸਤਾ, ਕਿ ਜੇ ਤੂੰ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੁੰਦਾ ਹੈ ਤੇ ਆ ਵਿਸ਼ੇ ਵਿਕਾਰ ਵਾਲਾ ਰਸਤਾ ਛੱਡ, ਇਸ ਉੱਤਮ ਪੰਥ ਦਾ ਪਾਂਦੀ ਬਣ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ, ਜਮ ਤਰਾਸ ਮਿਟਾਈ। ਜਿਹੜੇ ਰਸਤੇ ਤੇ ਚਲਦਿਆਂ ਗੁਰੂ ਦਾ ਮਿਲਾਪ ਕਰਦਿਆਂ ਜਮ ਦਾ ਡਰ ਵੀ ਅੰਦਰੋਂ ਨਿਕਲ ਜਾਂਦਾ ਹੈ। ਇਸ ਲਈ ਭੱਟ ਜੀ ਕਹਿੰਦੇ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹੈ ਸਤਿਗੁਰੂ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਮੈਂ ਇੱਕ ਉੱਤਮ ਪੰਥ ਬਾਰੇ ਸੁਣ ਕੇ ਆਇਆ, ਜਿਸ ਰਾਹ ਉੱਤੇ ਚਲਦਿਆਂ ਜਮ ਦਾ ਡਰ ਵੀ ਨਹੀਂ ਰਹਿ ਜਾਂਦਾ। ਜਮ ਦਾ ਡਰ ਵੀ ਜਿਸ ਰਾਹ ਉੱਤੇ ਤੁਰਿਆਂ ਮੁੱਕ ਜਾਂਦਾ ਹੈ। ਪਰ ਮੈਂ ਤੇ ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ 'ਚ ਪੈ ਕੇ ਜ਼ਹਿਰ ਹੀ ਜਿਹੜੀ ਆ ਉਹ ਖਾਧੀ ਹੈ, ਤੇ ਜ਼ਹਿਰ ਦਾ ਰਸ ਹੀ ਮੈਂ ਪੀਤਾ, ਜਿੱਥੇ ਹਰ ਵੇਲੇ ਜਮ ਦਾ ਡਰ ਲੱਗਿਆ ਰਹਿੰਦਾ ਹੈ। ਜਿਹੜਾ ਕੋਈ ਮਾੜਾ ਕਰਮ ਨਹੀਂ ਨਾ ਕਰਦਾ, ਕੋਈ ਬੁਰਾ ਕਰਮ ਨਹੀਂ ਕਰਦਾ, ਨਾ ਕਿਸੇ ਦੀ ਨਿੰਦਾ ਕਰੇ, ਨਾ ਚੁਗਲੀ ਕਰੇ, ਨਾ ਕਿਸੇ ਦੀ ਗੱਲ ਸੁਣੇ, ਬਸ ਆਪਣੀ ਮੌਜ ਵਿੱਚ ਆਪਣੀ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ ਤੁਰਿਆ ਹੋਇਆ, ਉਹਨੂੰ ਕੋਈ ਡਰ ਨਹੀਂ ਹੁੰਦਾ ਕਾਨੂੰਨ ਦਾ ਕਿ ਇਹ ਮੇਰੇ ਉੱਤੇ ਕੋਈ ਧਾਰਾ ਲਾਗੂ ਹੋਏਗੀ, ਜਾਂ ਮੇਰੇ ਤੇ ਕੋਈ ਕਿਸੇ ਪ੍ਰਕਾਰ ਦਾ ਜਿਹੜਾ ਹੈ ਉਹ ਜ਼ੁਲਮ ਹੋਏਗਾ ਕਿ ਤੂੰ ਆਹ ਜ਼ੁਲਮ ਕੀਤਾ ਹੈ, ਤੈਨੂੰ ਆਹ ਕਾਨੂੰਨੀ ਤੌਰ ਤੇ ਸਜ਼ਾ ਹੋਏਗੀ। ਉਹ ਕੋਈ, ਕਿਉਂਕਿ ਇਹ ਵੀ ਤੇ ਸਾਡੇ ਵਾਸਤੇ ਇੱਕ ਜਮ ਦਾ ਰੂਪ ਹੈ। ਕਹਿਣ ਲੱਗੇ ਉਹਦਾ ਡਰ ਹੀ ਕੋਈ ਨਹੀਂ, ਕਿਉਂਕਿ ਮੈਂ ਕੋਈ ਗਲਤੀ ਕਰਦਾ ਹੀ ਨਹੀਂ, ਮੈਂ ਕੋਈ ਭੁੱਲ ਕਰਦਾ ਹੀ ਨਹੀਂ। ਜਦੋਂ ਤੁਸੀਂ ਗੁਰਮਤ ਦੇ ਰਸਤੇ ਉੱਤੇ ਤੁਰੋਗੇ ਤੇ ਗੁਰਮਤ ਤੁਹਾਨੂੰ ਗਲਤ ਕਰਮ ਕਰਨ ਤੋਂ ਰੋਕਦੀ ਹੈ। ਗੁਰਬਾਣੀ ਤੁਹਾਨੂੰ ਮਾੜੇ ਕਰਮ ਕਰਨ ਤੋਂ ਵਰਜਦੀ ਹੈ, ਵੀ ਆਹ ਮਾੜੇ ਕਰਮ ਛੱਡ ਦੇ, ਬੁਰੇ ਕਰਮ ਛੱਡ ਦੇ। ਤੇ ਜਦੋਂ ਅਸੀਂ ਗੁਰਬਾਣੀ ਦਾ ਆਸਰਾ ਲੈ ਕੇ ਮਾੜੇ ਬੁਰੇ ਭੈੜੇ ਕਰਮ ਕਰਨੇ ਛੱਡ ਦਿਆਂਗੇ, ਫਿਰ ਜਮ ਦਾ ਡਰ ਕਿੱਥੇ ਰਹੇਗਾ? ਫਿਰ ਜਮ ਦਾ ਡਰ ਸਤਾਏਗਾ ਹੀ ਨਹੀਂ, ਕਿਉਂਕਿ ਮੈਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ। ਅਕਸਰ ਡਰ ਉਹਦੇ ਅੰਦਰ ਹੁੰਦਾ ਜਿਹਨੇ ਕੋਈ ਬੁਰਾ ਮਾੜਾ ਕੰਮ ਕੀਤਾ ਹੋਵੇ, ਉਹ ਡਰਦਾ ਰਹਿੰਦਾ ਹੈ। ਪਰ ਜਿਹਨੇ ਕੋਈ ਬੁਰਾ ਮਾੜਾ ਕੰਮ ਕੀਤਾ ਹੀ ਨਹੀਂ, ਉਹਨੂੰ ਡਰਨ ਦੀ ਕੀ ਲੋੜ ਹੈ? ਉਹ ਨਹੀਂ ਡਰਦਾ, ਨਾ ਹੀ ਉਹਨੂੰ ਜਮ ਡਰਾਉਂਦਾ ਹੈ। ਇਸ ਲਈ ਸਾਡੇ ਲਈ ਗੁਰਬਾਣੀ ਦਾ ਆਸਰਾ ਲੈਣਾ ਜ਼ਰੂਰੀ, ਗੁਰਬਾਣੀ ਦੀ ਰੋਸ਼ਨੀ ਵਿੱਚ ਚੱਲਣਾ ਬਹੁਤ ਜ਼ਰੂਰੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਕਿ ਉੱਠਦਿਆਂ ਨਾਮ ਧਿਆਇਆ ਕਰ। ਜਿਹੜਾ ਉੱਠਦਿਆਂ ਨਾਮ ਧਿਆਉਂਦਾ ਨਾ, ਸਾਰਾ ਦਿਨ ਤੇਰੇ ਦਿਮਾਗ ਵਿੱਚ ਅਸਰ ਰਹੇਗਾ। ਫਿਰ ਤੂੰ ਸਾਰਾ ਦਿਨ ਕਿਸੇ ਦੇ ਨਾਲ ਬੁਰਾ ਨਹੀਂ ਕਰ ਸਕਦਾ, ਸਾਰਾ ਦਿਨ ਤੂੰ ਮਾੜਾ ਨਹੀਂ ਕਰੇਗਾ। ਜਦੋਂ ਵੀ ਕੋਈ ਬੁਰਾ ਮਾੜਾ ਕਰਮ ਕੋਈ ਕਰਵਾਉਣਾ ਵੀ ਚਾਹੇਗਾ, ਤੇਰੇ ਦਿਮਾਗ ਵਿੱਚ ਅੰਮ੍ਰਿਤ ਵੇਲੇ ਦਾ ਨਿਤਨੇਮ ਚੱਲਦਾ ਹੋਏਗਾ। ਤੇ ਜਦੋਂ ਨਿਤਨੇਮ ਚੱਲਦਾ ਹੋਏਗਾ, ਤੂੰ ਮਾੜਾ ਕਰ ਹੀ ਨਹੀਂ ਸਕਦਾ। ਤੂੰ ਹੱਥ ਜੋੜ ਦੇਂਗਾ ਵੀ ਭਰਾਵਾ, ਇਹ ਮੇਰੇ ਕੋਲੋਂ ਮਾੜਾ ਕਰਮ ਨਹੀਂ ਹੋਣਾ, ਤੇ ਨਾ ਮੈਂ ਕਰ ਸਕਦਾ, ਕਿਉਂਕਿ ਅੰਮ੍ਰਿਤ ਵੇਲੇ ਜਿਹਦੀ ਬਾਣੀ ਦਾ ਅਭਿਆਸ ਕੀਤਾ ਨਾ, ਉਹ ਮੈਨੂੰ ਮਾੜਾ ਕਰਮ ਕਰਨ ਤੋਂ ਰੋਕਦਾ ਹੈ। ਤੇ ਜੇ ਆਪਾਂ ਅੰਮ੍ਰਿਤ ਵੇਲੇ ਨਿਤ ਦਾ ਨੇਮ ਨਾ ਕੀਤਾ ਹੋਏਗਾ, ਫਿਰ ਸਾਰਾ ਦਿਨ ਕੀ ਹਾਲਾਤ ਹੋਣਗੇ ਉਹ ਆਪਾਂ ਸਮਝ ਸਕਦੇ ਹਾਂ। ਕਿਉਂਕਿ ਚਾਰੇ ਪਾਸੇ ਪਾਪ ਹੈ, ਚਾਰੇ ਪਾਸੇ ਬੁਰਾਈਆਂ ਨੇ। ਤੇ ਜੇ ਅਸੀਂ ਨਿਤਨੇਮ ਨਾ ਕੀਤਾ ਹੋਏਗਾ, ਤੇ ਫਿਰ ਇਹ ਪਾਪ, ਇਹ ਬੁਰਾਈਆਂ ਜਿਹੜੀਆਂ ਨੇ, ਸਾਨੂੰ ਆਪਣੀ ਦਲਦਲ ਦੇ ਵਿੱਚ ਫਸਾ ਲੈਣਗੀਆਂ। ਫਿਰ ਜਿਹਦੇ ਵਿੱਚੋਂ ਨਿਕਲਣਾ ਸਾਡੇ ਲਈ ਔਖਾ ਹੋ ਜਾਏਗਾ। ਕਿੰਨੀਆਂ ਐਸੀਆਂ ਸ਼ਹਾਦਤਾਂ ਹੋਈਆਂ ਨੇ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ, ਤੁਸੀਂ ਜਾਣਦੇ ਹੋ, ਪਿਓ ਪੁੱਤਰ ਦਾ ਰਿਸ਼ਤਾ ਹੈ ਦੋਵਾਂ ਦਾ। ਤੇ ਪੁੱਤਰ ਨੌਜਵਾਨ ਗੱਭਰੂ ਹੈ, ਉਹਨੂੰ ਦੁਨੀਆ ਦੇ ਰੰਗਾਂ ਦੇ ਵਿੱਚ ਰੰਗਣ ਲਈ ਆਪਣਾ ਧਰਮ ਛੱਡ ਕੇ ਦੂਜਾ ਧਰਮ ਕਬੂਲ ਕਰਾਉਣ ਵਾਸਤੇ ਬੜੇ ਤਰ੍ਹਾਂ ਦੇ, ਇੱਥੋਂ ਤੱਕ ਆਪਣੀ ਧੀ ਦਾ ਨਿਕਾਹ ਕਰਨ ਵਾਸਤੇ ਵੀ ਲਾਲਚ ਦਿੱਤਾ ਗਿਆ। ਪਰ ਉਹਨਾਂ ਆਖਿਆ ਨਹੀਂ, ਮੈਂ ਜਿਸ ਗੁਰੂ ਦਾ ਦਿੱਤੀ ਹੋਈ ਬਾਣੀ ਦਾ ਖਜ਼ਾਨਾ ਲੈ ਕੇ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਨਾ, ਉਹ ਮੈਨੂੰ ਸਾਰਾ ਦਿਨ ਕਾਇਮ ਰੱਖਦਾ ਹੈ, ਤਾਂ ਕਿ ਮੈਂ ਕਿਸੇ ਮਾੜੇ ਪਾਸੇ ਨਾ ਜਾ ਸਕਾਂ।
ਮੈਂ ਕੋਈ ਬੁਰਾ ਕਰਮ ਨਾ ਕਰ ਸਕਾਂ। ਉਹਨਾਂ ਆਖਿਆ ਠੀਕ ਹੈ, ਫਿਰ ਜੇ ਤੂੰ ਸੱਚ ਦੇ ਰਾਹ ਉੱਤੇ ਤੁਰਨਾ ਤੇ ਫਿਰ ਚਰਖੜੀ ਤੇ ਵੀ ਚੜ੍ਹਨਾ ਪੈਣਾ। ਫਿਰ ਦੋਵਾਂ ਨੂੰ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਦੋਵਾਂ ਨੂੰ ਚਰਖੜੀ ਤੇ ਚਾੜਿਆ। ਚੜ੍ਹ ਤਾਂ ਗਏ, ਪਰ ਉਹਨਾਂ ਨੇ ਵਿਸ਼ੇ ਵਿਕਾਰਾਂ ਵਾਲਾ ਰਸਤਾ ਨਹੀਂ ਅਪਣਾਇਆ। ਉਹਨਾਂ ਨੇ ਆਪਣਾ ਧਰਮ, ਆਪਣੀ ਮਰਿਆਦਾ ਜਿਹੜੀ ਹੈ ਉਹ ਛੱਡ ਕੇ ਉਹ ਦੂਸਰਿਆਂ ਦੇ ਧਰਮ ਤੇ ਮਰਿਆਦਾ ਨੂੰ ਨਹੀਂ ਅਪਣਾਇਆ, ਕਿਉਂਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਨਿਤ ਦਾ ਨੇਮ ਕਰਨ ਵਾਲੇ ਸਨ। ਉਹ ਚਰਖੜੀ ਤੇ ਚੜਿਆਂ ਵੀ ਨਹੀਂ ਡੋਲੇ। ਜਦੋਂ ਤਿੱਖੇ ਤਿੱਖੇ ਸੂਹੇ ਸਰੀਰ ਵਿੱਚ ਖੁੱਭਦੇ ਨੇ, ਅੰਦਰ ਦੀਆਂ ਆਂਦਰਾਂ ਵੀ ਬਾਹਰ ਨਿਕਲਦੀਆਂ ਨੇ, ਉਹ ਤਾਂ ਵੀ ਨਹੀਂ ਘਬਰਾਉਂਦੇ। ਪਿਤਾ ਦੇ ਸਾਹਮਣੇ ਪੁੱਤਰ ਹੈ, ਪੁੱਤਰ ਦੇ ਸਾਹਮਣੇ ਪਿਤਾ ਹੈ, ਪਰ ਉਹ ਘਬਰਾਉਂਦੇ ਨਹੀਂ, ਕਿਉਂਕਿ ਉਹਨਾਂ ਦੇ ਕੋਲ ਨਿਤ ਦਾ ਨੇਮ ਹੈ, ਅੰਮ੍ਰਿਤ ਬਾਣੀ ਦਾ ਰਸ ਹੈ। ਹੁਣ ਜ਼ਹਿਰ ਦਾ ਰਸ ਦੇਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਲਈ ਨਹੀਂ। ਸਾਹਿਬਜ਼ਾਦਿਆਂ ਦਾ ਇਤਿਹਾਸ ਆਪਾਂ ਸੁਣਿਆ, ਕਚਹਿਰੀ ਵਿੱਚ ਕਿੰਨਾ ਵਿਕਾਰਾਂ ਦਾ ਰਸ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਆਖਿਆ ਨਹੀਂ। ਉਹ ਡੋਲੇ ਡੱਗ ਮਗਾਏ ਹੀ ਨਹੀਂ। ਕਿਉਂ? ਕਿਉਂਕਿ ਉਹਨੇ ਨਿਤ ਦਾ ਨੇਮ ਕਰਕੇ ਆਏ ਨੇ। ਅੰਮ੍ਰਿਤ ਬਾਣੀ ਦਾ ਰਸ ਦੇ ਕੇ ਦਾਦੀ ਮਾਂ ਨੇ ਉਹਨਾਂ ਨੂੰ ਕਚਹਿਰੀ ਵਿੱਚ ਭੇਜਿਆ। ਅੱਜ ਵੀ ਜਿਸ ਮੋੜ ਤੇ ਮੁਕਾਮ ਤੇ ਆਪਾਂ ਖਲੋਤੇ ਹਾਂ, ਤਕਰੀਬਨ ਰੋਜ਼ ਹੀ ਇਹ ਵਿਚਾਰਾਂ ਆਪਾਂ ਕਰਦੇ ਹਾਂ ਸਾਂਝੀਆਂ, ਕਿਉਂਕਿ ਹਾਲਾਤ ਸਾਡੇ ਸਾਹਮਣੇ ਨੇ। ਅੱਜ ਵੀ ਜਦੋਂ ਦੇਖੋ ਆ ਕਿੰਨੀ ਸਰਦੀ ਵੀ ਆ ਜਿਹੜੀ ਹੋਈ, ਬਰਸਾਤ ਵੀ ਹੋਈ, ਪਰ ਜਿਹੜੇ ਸਾਡੇ ਵੀਰ ਸੰਘਰਸ਼ ਕਰ ਰਹੇ ਨੇ, ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਦਿੱਲੀ ਦੇ ਬਾਰਡਰ ਉੱਤੇ, ਉਹ ਸਭ ਕੁਝ ਝੱਲਦਿਆਂ ਵੀ ਡੋਲ ਨਹੀਂ ਰਹੇ, ਕਿਉਂਕਿ ਉੱਥੇ ਗੁਰਬਾਣੀ ਦਾ ਪਾਠ ਹੋ ਰਿਹਾ ਹੈ। ਉੱਥੇ ਉਹਨਾਂ ਨੇ ਬਕਾਇਦਾ ਅਰਦਾਸ ਵੀ ਕਰਦੇ ਨੇ, ਨਿਤਨੇਮ ਵੀ ਰੋਜ਼ ਉੱਥੇ ਹੋ ਰਿਹਾ ਹੈ, ਔਰ ਗੁਰੂ ਸਾਹਿਬ ਦੀ ਦਾ ਆਸਰਾ ਲੈ ਕੇ ਨਗਰ ਕੀਰਤਨ ਵੀ ਜਿਹੜਾ ਉੱਥੇ ਉਹਨਾਂ ਨੇ ਉਹ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਆਰੰਭ ਕੀਤਾ। ਗੁਰੂ ਸਾਹਿਬ ਦਾ ਆਸਰਾ ਕਿਉਂ ਉਹ ਕਲਾ ਵਰਤ ਰਹੀ ਹੈ? ਕਿਉਂਕਿ ਵਰਤਾਉਣ ਵਾਲਾ ਵਿੱਚ ਆਪ ਬੈਠਾ ਹੈ, ਤੇ ਡਲਾਉਣ ਵਾਲਿਆਂ ਨੇ ਕਸਰ ਕੋਈ ਨਹੀਂ ਛੱਡੀ। ਬੜੇ ਯਤਨ ਕੀਤੇ ਜਾ ਰਹੇ ਨੇ, ਬੜੇ ਬਹਿਰੂਪੀਏ ਭੇਜੇ ਜਾ ਰਹੇ ਨੇ, ਜਿਨ੍ਹਾਂ ਦੇ ਰਾਹੀਂ ਉਹ ਅੰਦਰ ਜਿਹੜਾ ਇਕੱਠ ਹੋਇਆ ਹੈ, ਜੋ ਉਸ ਸੰਘਰਸ਼ ਦੇ ਵਿੱਚ ਏਕਤਾ ਬਣੀ ਹੋਈ ਹੈ, ਇੱਕ ਮੁੱਠੀ ਜਿਹੜੀ ਬੰਦ ਹੈ, ਉਹਨੂੰ ਮੁੱਠੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਜਦੋਂ ਮੁੱਠੀ ਖੁੱਲੇਗੀ, ਪੰਜੇ ਉਂਗਲਾਂ ਵੱਖਰੀਆਂ ਹੋ ਜਾਣਗੀਆਂ। ਜਦੋਂ ਮੁੱਠੀ ਬੰਦ ਹੈ ਤੇ ਪੰਜੇ ਉਂਗਲਾਂ ਇਕੱਠੀਆਂ ਨੇ। ਅੱਜ ਸਾਰੇ ਪ੍ਰਾਣੀ ਸਾਡੇ ਵੀਰ ਭਰਾ, ਬਜ਼ੁਰਗ, ਬੱਚੇ ਤੋਂ ਲੈ ਕੇ, ਰਾਤ ਵੀ ਜ਼ਿਕਰ ਕੀਤਾ ਸੀ ਕਿ ਦੇਖੋ ਜਵਾਨੀ, ਕਿਉਂਕਿ ਰਾਤ ਇਤਿਹਾਸ ਵਿੱਚ ਜਵਾਨੀ ਦੀ ਗੱਲ ਆਈ ਕਿ ਜੋਬਨ ਵਿੱਚ ਅਕਸਰ ਵਿਕਾਰ ਆ ਜਾਂਦੇ ਨੇ, ਪਰ ਅੱਜ ਦਾ ਜੋਬਨ ਸਾਡਾ ਬੈਠਾ ਹੈ ਬਾਰਡਰ ਉੱਤੇ, ਬੜਾ ਜੋਸ਼ ਹੈ ਉਹਨਾਂ ਵਿੱਚ, ਪਰ ਉਹ ਹੋਸ਼ ਨਾਲ ਕੰਮ ਲੈ ਰਹੇ ਨੇ। ਜੋਸ਼ੀਲੇਪਨ ਵਿੱਚ ਬਹੁਤ ਨੇ, ਬੜਾ ਜੋਸ਼ ਹੈ ਸਾਡੇ ਨੌਜਵਾਨਾਂ ਵਿੱਚ, ਪਰ ਇੱਕ ਬਹੁਤ ਕਲਾ ਐਸੀ ਵਰਤ ਰਹੀ ਹੈ ਕਿ ਉਹ ਜੋਸ਼ ਵਿੱਚ ਹੋਸ਼ ਨਾਲ ਕੰਮ ਲੈ ਰਹੇ। ਪਰ ਕਿਉਂ ਲੈ ਰਹੇ ਨੇ? ਕਿਉਂਕਿ ਗੁਰਬਾਣੀ ਚੱਲ ਰਹੀ ਹੈ, ਨਿਤਨੇਮ ਚੱਲ ਰਿਹਾ ਹੈ, ਵਾਹਿਗੁਰੂ ਦਾ ਜਾਪ ਚੱਲ ਰਿਹਾ ਹੈ। ਜਿੱਥੇ ਉਹ ਇਹ ਨਾਮ ਦੀ ਬਖਸ਼ਿਸ਼ ਵਰਤ ਰਹੀ ਹੈ, ਉੱਥੇ ਉਹ ਜ਼ਹਿਰ ਘੋਲਣ ਵਾਲੇ ਜ਼ਹਿਰ ਕਿਵੇਂ ਘੋਲ ਦੇਣਗੇ? ਉੱਥੇ ਵਿਕਾਰਾਂ ਦਾ ਰਸ ਕਿਵੇਂ ਉੱਥੇ ਵੰਡ ਦੇਣਗੇ? ਉੱਥੇ ਵਿਕਾਰਾਂ ਦਾ ਰਸ ਵੰਡਿਆ ਹੀ ਨਹੀਂ ਜਾ ਸਕਦਾ ਜਿੱਥੇ ਅੰਮ੍ਰਿਤ ਦਾ ਰਸ ਵੰਡਿਆ ਜਾ ਰਿਹਾ ਹੈ। ਇਸ ਲਈ ਇੰਨਾ ਕੁਝ ਹਨੇਰੀਆਂ ਵੀ ਆਈਆਂ, ਤੂਫਾਨ ਵੀ ਆਉਣਗੇ, ਬਰਸਾਤ ਵੀ ਹੋ ਰਹੀ ਹੈ, ਪਰ ਉਹ ਡਟੇ ਹੋਏ ਨੇ। ਕਿਉਂ? ਉਹਨਾਂ ਦਾ ਕਾਰਨ ਹੀ ਇਹ ਹੈ ਕਿ ਉਹ ਪਰਮਾਤਮਾ ਤੇ ਭਰੋਸਾ ਰੱਖਦੇ ਨੇ, ਬੰਦੇ ਤੇ ਨਹੀਂ ਰੱਖਦੇ। ਉਹਨਾਂ ਨੂੰ ਪਤਾ ਹੈ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ, ਇੱਕ ਭਗਵਾਨ ਪਰ ਸਮੇਂ ਦਾ ਹੁਕਮਰਾਨ। ਕਿਸੇ ਨਾ ਕਿਸੇ ਰਾਹੀਂ, ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਫੇਲ ਕਰਨਾ ਚਾਹੁੰਦਾ ਹੈ, ਪਰ ਜਿੱਥੇ ਉਸ ਮਾਲਕ ਦੀ ਕਿਰਪਾ ਹੋ ਰਹਿਮਤ ਵਰਤੇ ਨਾ, ਉੱਥੇ ਤਾਂ ਚਰਖੜੀ ਤੇ ਚੜ ਜਾਂਦਾ ਹੈ, ਪਰ ਉਹ ਫੇਲ ਨਹੀਂ ਹੁੰਦਾ। ਉੱਥੇ ਤਾਂ ਉਹ ਖੋਪਰ ਵੀ ਆਪਣਾ ਲਵਾ ਲੈਂਦਾ ਹੈ। ਪਰ ਅੱਜ ਬੜੇ ਨੇ ਉਹ, ਜਦੋਂ ਮੀਡੀਆ ਉਹਨਾਂ ਦੇ ਸਾਹਮਣੇ ਆਉਂਦਾ ਹੈ, ਉਹ ਕਹਿਣ ਲੱਗੇ ਅਸੀਂ ਜਾਂ ਇੱਥੇ ਤਾਂ ਜਾਂ ਜਿੱਤ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ, ਬਸ ਦੋ ਹੀ ਗੱਲਾਂ ਨੇ। ਉਹ ਕਹਿਣ ਲੱਗੇ ਸਾਨੂੰ ਮੌਤ ਤੋਂ ਡਰ ਨਹੀਂ ਹੈ। ਇੱਕ ਕਿਤਾਬਾਂ ਵਿੱਚ ਅਸੀਂ ਅੰਦੋਲਨ ਪੜ੍ਹਦੇ, ਹੁਣ ਤੱਕ ਆਪਾਂ ਕਿਤਾਬਾਂ 'ਚ ਹੀ ਪੜ੍ਹਦੇ ਆਏ ਹਾਂ ਕਿ ਫਲਾਣੇ ਸੰਨ ਵਿੱਚ ਅੰਦੋਲਨ ਜਿਹੜਾ ਸੀ ਉਹ ਹੋਇਆ ਆਪਣੇ ਸੱਚ ਤੇ ਹੱਕ ਦੀ ਖਾਤਰ। ਅੱਜ ਅਸੀਂ ਅੰਦੋਲਨ ਆਪਣੇ ਅੱਖੀਂ ਵੇਖ ਰਹੇ ਹਾਂ। ਇਹ ਆਉਣ ਵਾਲੀ ਪੀੜ੍ਹੀ ਦੇ ਲਈ ਇਤਿਹਾਸ ਬਣ ਗਿਆ।
ਜਿਵੇਂ ਅਸੀਂ ਕਿਤਾਬਾਂ ਵਿੱਚ ਅੰਦੋਲਨ ਪੜ੍ਹਦੇ ਹਾਂ, ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਸਾਡੀਆਂ ਅੱਗੇ ਪੀੜ੍ਹੀਆਂ ਆਉਣਗੀਆਂ, ਸਾਡੇ ਬੱਚੇ ਅੱਗੋਂ ਪੜ੍ਹਨਗੇ, ਉਹਨਾਂ ਨੂੰ ਇਹ 2020 ਦਾ ਇਤਿਹਾਸ ਕਿਤਾਬਾਂ ਵਿੱਚ ਪੜ੍ਹਾਇਆ ਜਾਏਗਾ ਕਿ ਕਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਸੰਘਰਸ਼ ਹੋਇਆ, ਕਿੰਨੀਆਂ ਦੀਆਂ ਜਾਨਾਂ ਗਈਆਂ, ਕਿੰਨੇ ਜਿਹੜੇ ਆ ਉਹ ਕੁਰਬਾਨ ਹੋਏ ਨੇ, ਔਰ ਕਿੰਨਾ ਉਹਨਾਂ ਨੇ ਹੁਕਮਰਾਨ ਨੇ ਆਪਣਾ ਹੁਕਮ, ਕਰੜਾ ਹੁਕਮ ਉਹਨਾਂ ਦੇ ਉੱਤੇ ਵਰਤਾਇਆ, ਪਰ ਫਿਰ ਵੀ ਉਹ ਜਿਹੜੇ ਅੰਦੋਲਨਕਾਰੀ ਨੇ ਉਹ ਡੋਲੇ ਨਹੀਂ, ਘਬਰਾਏ ਨਹੀਂ। ਇਹ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦੇ ਵਿੱਚ, ਕਿਤਾਬਾਂ ਵਿੱਚ, ਸਕੂਲਾਂ ਵਿੱਚ ਇਹ ਪੜ੍ਹਾਇਆ ਜਾਏਗਾ, ਕਿਉਂਕਿ ਇਹ ਇੱਕ ਇਤਿਹਾਸ ਬਣ ਗਿਆ। ਅੱਜ ਅਸੀਂ 2021 ਵਿੱਚ ਪ੍ਰਵੇਸ਼ ਕਰ ਗਏ ਹਾਂ, ਉਹ 20 ਦਾ ਇਤਿਹਾਸ ਬਣ ਗਿਆ। ਪਰ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਮਹਾਰਾਜ ਜੀ ਕਿਰਪਾ ਕਰਨੀ, ਇਹ ਏਕਤਾ ਜਿਹੜੀ ਬਣੀ ਹੈ ਨਾ, ਇਹ ਬਣੀ ਰਵੇ, ਤੇ ਉਨਾ ਚਿਰ ਬਣੀ ਹੈ ਜਿੰਨਾ ਚਿਰ ਨਿਤਨੇਮ ਹੋ ਰਿਹਾ ਹੈ। ਬਾਣੀ ਦਾ ਪ੍ਰਵਾਹ ਜਿਹੜਾ ਚੱਲ ਰਿਹਾ ਨਾ, ਨਾਮ ਸਿਮਰਨ ਦਾ ਪ੍ਰਵਾਹ ਚੱਲਦਾ ਹੈ, ਉਨਾ ਚਿਰ ਇਹ ਮੁੱਠੀ ਬੰਦ ਹੀ ਰਹਿਣੀ ਹੈ। ਵਾਹਿਗੁਰੂ ਜੀ ਮਿਹਰ ਕਰਨ। ਅੱਜ ਦੇ ਇਸ ਵਿਸ਼ੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ। ਸਾਹਿਬ ਕਹਿੰਦੇ, ਦੇਖੋ ਜਿਹਨੇ ਵਿਖਿਆ ਨੂੰ ਤਿਆਗ ਦਿੱਤਾ ਉਹਨੂੰ ਅਸਲ ਵਿੱਚ ਕਹਿੰਦੇ ਆ ਬੈਰਾਗ, ਕਿ ਪਹਿਰਾਵੇ ਦਾ ਨਾਮ ਬੈਰਾਗ ਨਹੀਂ ਹੈ। ਬਾਹਰ ਦੇ ਇਸ ਬਣਾਏ ਹੋਏ ਰੂਪ ਰੰਗ ਢੰਗ ਦਾ ਨਾਮ ਬੈਰਾਗ ਨਹੀਂ ਹੈ। ਅਸੀਂ ਜਣੇ ਖਣੇ ਨੂੰ ਕਹਿ ਦਈਏ ਇਹ ਬੈਰਾਗੀ ਹੈ, ਇਹ ਬੈਰਾਗੀ ਸਾਧੂ ਹੈ, ਨਹੀਂ। ਮਹਾਰਾਜ ਕਹਿੰਦੇ ਆ, ਜਿਹ ਵਿਖਿਆ ਸਗਲੀ ਤਜੀ। ਅੱਜ ਦਾ ਪਾਵਨ ਸ਼ਲੋਕ 17 ਨੰਬਰ ਸ਼ਲੋਕ ਹੈ। ਵਿਖਿਆ ਦਾ ਅਰਥ ਜ਼ਹਿਰ, ਵਿਸ਼ੇ ਵਿਕਾਰਾਂ ਦੀ ਜ਼ਹਿਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਚੁਗਲੀ ਦੀ ਜ਼ਹਿਰ। ਜਿਹਨੇ ਇਹ ਸਭ ਕੁਝ ਜਿਹੜਾ ਉਹ ਤਿਆਗ ਦਿੱਤਾ, ਛੱਡ ਦਿੱਤਾ। ਤਜੀ ਦਾ ਅਰਥ ਕੀ ਹੁੰਦਾ? ਛੱਡ ਦੇਣਾ, ਤਿਆਗ ਕਰ ਦੇਣਾ। ਸਾਹਿਬ ਜੀ ਕਹਿੰਦੇ, ਜਿਸ ਨੇ ਇਹ ਜਿਹੜਾ ਵਿਸ਼ੇ ਵਿਕਾਰਾਂ ਵਾਲੀ ਜ਼ਹਿਰ ਦਾ ਤਿਆਗ ਕਰ ਦਿੱਤਾ। ਸਗਲੀ ਦਾ ਅਰਥ ਹੈ ਪੂਰਨ ਤੌਰ ਤੇ। ਇਹ ਨਹੀਂ ਕਿ ਥੋੜੀ ਜਿਹੀ ਜ਼ਹਿਰ ਜਿਹੜੀ ਆ ਉਹ ਛੱਡ ਦਿੱਤੀ ਤੇ ਥੋੜੀ ਜਿਹੀ ਆਪਣੇ ਕੋਲ ਰੱਖ ਲਈ, ਨਹੀਂ। ਸਗਲੀ ਦਾ ਅਰਥ ਹੈ ਪੂਰਨ ਤੌਰ ਤੇ ਸਾਰੀ ਜ਼ਹਿਰ ਦਾ, ਟੋਟਲੀ ਜਿਹੜਾ ਉਹ ਸਾਰੇ ਵਿਸ਼ੇ ਵਿਕਾਰ ਤਿਆਗ ਦਿੱਤੇ ਨੇ। ਕਈ ਵਾਰ ਜਿਵੇਂ ਉਹ ਇੱਕ ਆਮ ਤੌਰ ਤੇ ਤੁਸੀਂ ਸੁਣਿਆ ਹੋਣਾ ਕਿ ਡਾਕਟਰ ਕਹਿਣ ਲੱਗੇ ਵੀ ਤੂੰ ਰੋਜ਼ ਨਸ਼ਾ ਕਰਦਾ ਰਾਤ ਨੂੰ, ਤੂੰ ਜਿਹੜਾ ਉਹ ਨਸ਼ਾ ਥੋੜਾ ਥੋੜਾ ਘਟਾਉਣਾ ਸ਼ੁਰੂ ਕਰ ਦੇ, ਇੱਕ ਦਿਨ ਬਿਲਕੁਲ ਜਿਹੜਾ ਉਹ ਤੂੰ ਛੱਡ ਜਾਏਗਾ। ਕਿੰਨਾ ਨਸ਼ਾ ਕਰਦਾ? ਕਹਿਣ ਲੱਗੇ ਮੈਂ 2 ਗਲਾਸੀਆਂ ਰੋਜ਼ ਲਾਉਂਦਾ। ਉਹ ਕਹਿਣ ਲੱਗੇ ਇਦਾਂ ਕਰ, ਫਿਰ ਇੱਕ ਘਟਾ ਦੇ ਤੇ ਇੱਕ ਰੱਖ, ਫਿਰ ਹੌਲੀ ਹੌਲੀ ਉਹ ਵੀ ਘਟਾਏਗਾ, ਤਿਆਗ ਹੋ ਜਾਏਗਾ। ਉਹਨੇ ਕੀ ਕੀਤਾ? ਇੱਕ ਨੂੰ ਹੀ ਡਬਲ ਕਰ ਲਿਆ। ਜਿਹੜਾ ਅੱਧੀ ਗਲਾਸੀ ਸੀ ਉਹਨੂੰ ਹੀ ਪੂਰਾ ਕਰ ਲਿਆ। ਤੇ ਡਾਕਟਰ ਸਾਹਿਬ ਕੋਲ ਹਫ਼ਤੇ ਬਾਅਦ ਜਾ ਕੇ ਕਹਿੰਦਾ ਵੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਹੀ ਕਰਦਾ, ਪਰ ਬਿਮਾਰੀ ਤਾਂ ਉਦਾਂ ਦੀ ਉਦਾਂ ਹੀ ਬਣੀ ਹੈ, ਘਟੀ ਨਹੀਂ। ਉਹਨੇ ਆਖਿਆ ਕਿਵੇਂ ਹੋ ਸਕਦਾ? ਤੂੰ ਨਸ਼ਾ ਤਾਂ ਤਿਆਗ ਛੱਡ ਦਿੱਤਾ, ਘਟਾ ਦਿੱਤਾ। ਕਹਿਣ ਲੱਗੇ ਹਾਂ ਮੈਂ 2 ਤੋਂ 1 ਕਰ ਦਿੱਤਾ। ਕਹਿਣ ਲੱਗੇ 1 ਦੀ ਲਿਮਟ ਕਿੰਨੀ ਹੈ? ਕਹਿਣ ਲੱਗੇ ਅੱਗੇ ਅੱਧੀ ਸੀ, ਹੁਣ ਮੈਂ ਭਰ ਕੇ ਪੀਣਾ, ਪਰ ਪੀਣਾ ਇੱਕੋ ਹੀ ਗਲਾਸੀ ਹੈ। ਤੇ ਫਰਕ ਕੀ ਹੈ? ਸਭ ਕਹਿੰਦੇ ਇਹ ਨਹੀਂ ਵੀ ਤੂੰ ਕਹੇ ਵੀ ਮੈਂ ਥੋੜੇ ਜਿਹੇ ਵਿਕਾਰ ਛੱਡ ਦਿੱਤੇ ਪਰ ਥੋੜੇ ਜਿਹੇ ਮੇਰੇ ਅੰਦਰ ਨਹੀਂ। ਸਗਲੀ ਦਾ ਅਰਥ ਹੈ ਟੋਟਲੀ। ਜਿੰਨੇ ਵੀ ਵਿਕਾਰਾਂ ਦੀ ਜ਼ਹਿਰ ਤੇਰੇ ਅੰਦਰ ਹੈ, ਸਾਰੀ ਦੀ ਸਾਰੀ ਜ਼ਹਿਰ ਤਿਆਗਣੀ ਪੈਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਜਿਨੇ ਜਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਉਹਨੇ ਇਹ ਬੈਰਾਗ ਦਾ ਭੇਖ ਬਣਾ ਲਿਆ। ਇਹ ਮਾਨਸਿਕ ਤਲ ਤੇ ਬਣਨਾ, ਸਰੀਰਕ ਤਲ ਤੇ ਨਹੀਂ ਬਣਨਾ। ਇਹ ਮਾਨਸਿਕ ਮੰਡਲ ਵਿੱਚ ਭੇਖ ਬਣਨਾ ਵੈਰਾਗ ਵਾਲਾ, ਇਹ ਸਰੀਰ ਕਰਕੇ ਨਹੀਂ। ਅੱਗੇ ਵੀ ਜ਼ਿਕਰ ਕੀਤਾ ਸੀ ਜਿਹੜੇ ਗੁਰਬਾਣੀ ਨੂੰ ਸਮਝਣ ਵਾਲੇ ਨੇ, ਕਿਉਂਕਿ ਜਿਹਨੇ ਗੁਰਬਾਣੀ ਨੂੰ ਨਹੀਂ ਸਮਝਿਆ ਉਹਨੂੰ ਤੇ ਇਹ ਬੋਲ ਚੰਗੇ ਨਹੀਂ ਲੱਗਣੇ। ਜਿਹਨੇ ਜੋ ਗੁਰਬਾਣੀ ਨੂੰ ਸਮਝਣ ਵਾਲਾ, ਪਿਆਰ ਵਾਲਾ ਪ੍ਰੇਮੀ ਹੈ, ਉਹਨੂੰ ਸਮਝ ਆਏਗੀ ਕਿ ਸਾਧੂ ਹੋ ਗਿਆ, ਬੈਰਾਗੀ ਹੋ ਗਿਆ, ਸੰਤ ਹੋ ਗਿਆ, ਮਹਾਤਮਾ ਹੋ ਗਿਆ, ਬ੍ਰਹਮ ਗਿਆਨੀ ਹੋ ਗਿਆ। ਇਹ ਸਾਰੇ ਜਿੰਨੇ ਵੀ ਸ਼ਬਦ ਨੇ ਇਹ ਸਰੀਰ ਨਾਲ ਤੇ ਲਾਗੂ ਨਹੀਂ ਹੁੰਦੇ, ਇਹ ਮਨ ਤੇ ਲਾਗੂ ਹੁੰਦੇ ਨੇ। ਮਨ ਨੇ ਸੰਤ ਬਣਨਾ, ਮਨ ਨੇ ਸਾਧੂ ਬਣਨਾ, ਮਨ ਨੇ ਬੈਰਾਗੀ ਬਣਨਾ।
ਮਨ ਨੇ ਹੀ ਮਹਾਤਮਾ ਬਣਨਾ ਹੈ, ਮਨ ਨੇ ਹੀ ਬ੍ਰਹਮ ਗਿਆਨੀ ਬਣਨਾ ਹੈ। ਜਿੰਨੇ ਵੀ ਇਹ ਸ਼ਬਦ ਨੇ ਇਹ ਸਾਰੇ ਮਨ ਉੱਤੇ ਢੁਕਦੇ ਨੇ, ਪਰ ਅਸੀਂ ਸਾਰੇ ਤਨ ਉੱਤੇ ਢੁਕਾ ਕੇ ਬੈਠੇ ਹਾਂ। ਸਾਨੂੰ ਸਰੀਰ ਕਰਕੇ ਸੰਤ ਮਿਲ ਜਾਣਗੇ, ਸਰੀਰ ਕਰਕੇ ਸਾਧੂ ਮਿਲ ਜਾਣਗੇ, ਸਰੀਰ ਕਰਕੇ ਜੋਗੀ ਮਿਲ ਜਾਣਗੇ, ਸਰੀਰ ਕਰਕੇ ਬਹੁਤ ਮਹਾਤਮਾ ਮਿਲ ਜਾਣਗੇ, ਸਰੀਰ ਕਰਕੇ ਬੜੇ ਬੈਰਾਗੀ ਮਿਲ ਜਾਣਗੇ। ਪਰ ਗੁਰਬਾਣੀ ਵਿੱਚ ਤਾਂ ਇੱਕ ਵੀ ਪੰਕਤੀ ਸਰੀਰ ਵਾਸਤੇ ਨਹੀਂ ਆਈ ਹੋਈ ਜਿਹਦੇ ਵਿੱਚ ਕਿਹਾ ਜਾਏ ਵੀ ਤੂੰ ਸਾਧੂ ਹੈ, ਤੂੰ ਬ੍ਰਹਮ ਗਿਆਨੀ ਹੈ, ਤੂੰ ਬੈਰਾਗੀ ਹੈ। ਇਹ ਜਿੰਨੇ ਸ਼ਬਦ ਆਏ ਨੇ ਮਨ ਵਾਸਤੇ ਆਏ ਨੇ, ਇਹ ਮਾਨਸਿਕ ਮੰਡਲ ਵਾਸਤੇ, ਇਹ ਮਨ ਦਾ ਪਹਿਰਾਵਾ ਹੈ, ਇਹ ਤਨ ਦਾ ਪਹਿਰਾਵਾ ਨਹੀਂ। ਪਰ ਸਾਨੂੰ ਤਨ ਦਾ ਪਹਿਰਾਵਾ ਤੇ ਬਾਹਰ ਦੇ ਅਡੰਬਰ ਦੇ ਕੇ ਉਲਝਾ ਦਿੱਤਾ ਗਿਆ। ਸਤਿਗੁਰੂ ਜੀ ਕਹਿੰਦੇ ਗੁਰਬਾਣੀ ਤੁਹਾਨੂੰ ਉਲਝਾਏਗੀ ਨਹੀਂ, ਸਗੋਂ ਉਲਝੀਆਂ ਹੋਇਆਂ ਨੂੰ ਸੁਲਝਾਏਗੀ। ਗੁਰਬਾਣੀ ਸਾਡੀਆਂ ਉਲਝਣਾਂ ਨੂੰ ਸੁਲਝਾਉਣ ਵਾਸਤੇ ਹੈ ਕਿ ਅਸੀਂ ਇਸ ਜੰਜਾਲ ਵਿੱਚੋਂ ਦੀ ਕਿਵੇਂ ਨਿਕਲਣਾ ਹੈ। ਸਭ ਕਹਿੰਦੇ ਅਸਲ ਵਿੱਚ ਜਿਨੇ ਸਾਰੀ ਵਿਸ਼ੇ ਵਿਕਾਰਾਂ ਦੀ ਜ਼ਹਿਰ ਦਾ ਤਿਆਗ ਕਰ ਦਿੱਤਾ, ਲਿਓ ਭੇਖ ਬੈਰਾਗ, ਅਸਲ ਵਿੱਚ ਉਹਨੇ ਮਨ ਵਿੱਚ ਇਹ ਜਿਹੜਾ ਵੈਰਾਗ ਵਾਲਾ ਭੇਖ ਹੈ ਉਹ ਧਾਰਨ ਕਰ ਲਿਆ। ਮਾਨੋ ਉਹ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਉਪਰਾਮ ਹੋ ਗਿਆ। ਕਹੋ ਨਾਨਕ ਸੁਨ ਰੇ ਮਨਾ। ਹੁਣ ਉਹ ਜਿਹੜੀ ਪਹਿਲੀ ਪੰਕਤੀ ਹੈ ਉਹਦੇ ਅਰਥ ਸਮਝ ਕੇ ਸਮਝਾਉਣਾ ਕਿਹਨੂੰ ਹੈ? ਆਪਣੇ ਆਪਣੇ ਮਨ ਨੂੰ। ਕਿ ਮਨਾ ਜੇ ਤੂੰ ਬੈਰਾਗ ਵਾਲਾ ਭੇਖ ਬਣਾਉਣਾ ਚਾਹੁੰਦਾ ਹੈ ਤੇ ਫਿਰ ਤੂੰ ਵੀ ਸਾਰੇ ਵਿਸ਼ੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਉਹਨੂੰ ਤਿਆਗ, ਤਾਂ ਤੂੰ ਇਹ ਭੇਖ ਬਣਾ ਸਕਦਾ ਹੈ। ਆਪਣੇ ਮਨ ਨੂੰ ਹੁਣ ਆਵਾਜ਼ ਸਾਰਿਆਂ ਨੇ, ਕਿਉਂਕਿ ਜਿਹੜਾ ਜਿਹੜਾ ਗੁਰਬਾਣੀ ਪੜ੍ਹੇਗਾ ਸੁਣੇਗਾ ਆਪਣੇ ਆਪਣੇ ਮਨ ਨੂੰ ਹੋਕਾ ਦੇਗਾ। ਕਹੋ ਨਾਨਕ ਸੁਨ ਰੇ ਮਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆਪਣੇ ਮਨ ਨੂੰ ਸੁਣਾਓ ਵੀ ਸੁਣ। ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿ ਰਹੇ ਨੇ? ਤਹਿ ਨਰ ਮਾਥੈ ਭਾਗ। ਮਾਥੈ ਦਾ ਅਰਥ ਕੀ ਹੁੰਦਾ? ਮੱਥਾ। ਤੇ ਮੱਥਾ ਕਿੱਥੇ ਹੁੰਦਾ ਹੈ? ਸਿਰ। ਸਿਰ ਵਾਲਾ ਪਾਸਾ ਆ ਮੱਥਾ ਹੀ ਹੈ ਨਾ, ਜਿਹੜਾ ਸਿਰ ਦੇ ਨਾਲ ਜੁੜਿਆ ਹੋਇਆ ਹੈ। ਤੇ ਮਨ ਕਿੱਥੇ ਹੈ? ਦਿਮਾਗ ਕਿੱਥੇ ਹੈ? ਸਿਰ ਦੇ ਵਿੱਚ। ਕਹਿੰਦੇ ਉਸ ਨਰ ਦੇ ਭਾਗ ਚੰਗੇ ਹੁੰਦੇ ਨੇ। ਨਰ ਦਾ ਅਰਥ ਵੀ ਇੱਕ ਦਿਨ ਆਪ ਜੀ ਨਾਲ ਕੀਤਾ ਸੀ ਕਿ ਨਰ ਬੰਦੇ ਨੂੰ, ਸਰੀਰ ਨੂੰ ਨਹੀਂ ਕਹਿੰਦੇ। ਨਰ ਸਾਡੇ ਮਾਨਸਿਕ ਮੰਡਲ ਵਿੱਚ ਮਨ ਨੂੰ ਕਹਿੰਦੇ ਨੇ। ਇਸ ਲਈ ਕਹਿੰਦੇ ਉਸ ਮਾਨਸਿਕ ਮੰਡਲ ਵਿੱਚ ਉਹਦੇ ਭਾਗ ਚੰਗੇ ਹੋ ਜਾਂਦੇ ਨੇ, ਉਹਦੇ ਮਸਤਕ ਦੇ ਭਾਗ ਚੰਗੇ ਹੋ ਜਾਂਦੇ ਨੇ, ਜਿਨੇ ਸਾਰੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਨੂੰ ਤਿਆਗ ਕੇ ਅੰਦਰ ਬੈਰਾਗ ਦਾ ਭੇਖ ਬਣਾ ਲਿਆ। ਇਹ ਮਨ, ਉਹਦਾ ਮਾਨਸਿਕ ਮੰਡਲ ਵਾਲਾ ਭਾਗ, ਜਿਹੜਾ ਮੱਥੇ ਵਾਲਾ ਭਾਗ ਹੈ ਨਾ, ਉਹ ਕਹਿੰਦੇ ਚੰਗਾ ਹੋ ਜਾਂਦਾ ਹੈ। ਉਹਦੇ ਮੱਥੇ ਕਦੇ ਤਿਉੜੀਆਂ ਨਹੀਂ ਪੈਂਦੀਆਂ, ਉਹਦੇ ਮੱਥੇ ਤੇ ਕਦੀ ਵੱਟ ਨਹੀਂ ਪੈਂਦਾ, ਉਹਦੇ ਮੱਥੇ ਤੇ ਕਦੇ ਪਰੇਸ਼ਾਨੀਆਂ ਨਹੀਂ ਦਿਖਾਈ ਦਿੰਦੀਆਂ, ਉਹਦੇ ਮਸਤਕ ਤੇ ਕਦੇ ਵੀ ਚਿੰਤਾਵਾਂ ਦਿਖਾਈ ਨਹੀਂ ਦਿੰਦੀਆਂ। ਅਕਸਰ ਬੰਦੇ ਦਾ ਮੱਥਾ ਵੇਖ ਕੇ ਪੁੱਛਿਆ ਜਾਂਦਾ ਹੈ ਵੀ ਅੱਜ ਬੜਾ ਤੂੰ ਚਿੰਤਾ ਵਿੱਚ ਲੱਗਦਾ ਹੈ, ਅੱਜ ਤੂੰ ਬੜੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਹੈ, ਅੱਜ ਤੇਰੇ ਮੱਥੇ ਤੇ ਤਿਉੜੀਆਂ ਏਦੀਆਂ ਪਈਆਂ, ਤੂੰ ਖਿਜਿਆ ਹੋਇਆ ਹੈ, ਮੱਥੇ ਤੇ ਤਿਉੜੀਆਂ ਵੱਟ ਇੰਨੇ ਪਏ ਹੋਏ ਨੇ, ਤੂੰ ਬੜਾ ਗੁੱਸੇ ਵਿੱਚ, ਕ੍ਰੋਧ ਵਿੱਚ ਖਿਜਿਆ ਹੋਇਆ ਲੱਗਦਾ ਹੈ। ਹੁਣ ਮੱਥਾ ਵੇਖ ਕੇ ਦੱਸ ਦਿੱਤੀ ਉਹਦੀ ਹਾਲਤ। ਕਹਿੰਦੇ ਉਹਦਾ ਮੱਥਾ ਖਿੜਿਆ ਰਹਿੰਦਾ ਹੈ। ਇਸ ਦੇ ਕਈ ਅਰਥ ਆਪਾਂ ਕਰ ਸਕਦੇ ਹਾਂ। ਤੈ ਨਰ ਮਾਥੈ ਭਾਗ। ਨਰ ਕਿਹਨੂੰ ਕਹਿੰਦੇ ਆ? ਮਨ ਨੂੰ। ਮਨ ਕਿੱਥੇ ਹੁੰਦਾ ਹੈ? ਮਾਈਂਡ। ਉਹ ਹੈ ਸਾਡਾ ਦਿਮਾਗ। ਤੇ ਦਿਮਾਗ ਕਿੱਥੇ ਹੈ? ਸਿਰ ਵਿੱਚ। ਦਿਮਾਗ ਕਿਤੇ ਸਾਡੇ ਪੇਟ ਵਿੱਚ ਥੋੜੀ ਹੈ, ਜਾਂ ਸਾਡੇ ਹਿਰਦੇ ਵਿੱਚ ਥੋੜੀ ਹੈ, ਜਾਂ ਸਾਡੇ ਹੱਥਾਂ ਪੈਰਾਂ। ਦਿਮਾਗ ਕਿੱਥੇ ਹੈ? ਸਿਰ ਦੇ ਵਿੱਚ। ਹੁਣ ਉਹ ਜਿਹੜਾ ਸਿਰ ਦਾ ਵਾਲਾ ਜਿਹੜਾ ਨਰ ਹੈ ਨਾ, ਉਹਨੂੰ ਕਹਿ ਰਹੇ ਨੇ, ਕਹਿਣ ਲੱਗੇ ਉਹਦੇ ਮਸਤਕ ਦੇ ਭਾਗ ਚੰਗੇ ਹੋ ਜਾਂਦੇ ਨੇ। ਜਿਹਨੇ ਜ਼ਹਿਰ ਨੂੰ ਤਿਆਗ ਕੇ ਲਿਓ ਭੇਖ ਬੈਰਾਗ, ਉਹਦੇ ਮਸਤਕ ਦੇ ਭਾਗ ਚੰਗੇ ਹੋ ਜਾਂਦੇ ਨੇ। ਉਹ ਸਦਾ ਲਈ ਉਹਦਾ ਮਸਤਕ ਖਿੜਿਆ ਰਹਿੰਦਾ ਹੈ। ਉਹ ਪਰੇਸ਼ਾਨੀਆਂ ਵੀ ਝੱਲ ਲੈਂਦਾ, ਦੁੱਖ ਵੀ ਝੱਲ ਲੈਂਦਾ, ਮੁਸੀਬਤਾਂ ਵੀ ਝੱਲ ਲੈਂਦਾ, ਪਰ ਉਹਦੇ ਮੱਥੇ ਤੇ ਵੱਟ ਨਹੀਂ ਪੈਂਦੇ। ਉਹਦਾ ਮਸਤਕ ਸਦਾ ਖਿੜਿਆ ਨਜ਼ਰ ਆਏਗਾ। ਤੇ ਖਿੜਿਆ ਹੋਇਆ ਹੀ ਦੂਜੇ ਨੂੰ ਖੇੜਾ ਦੇ ਸਕਦਾ ਹੈ। ਜਿਹੜਾ ਆਪ ਚਿੰਤਾ ਵਿੱਚ ਡੁੱਬਾ ਹੋਇਆ, ਉਹ ਕਦੀ ਦੂਜੇ ਨੂੰ ਕਹੇਗਾ ਵੀ ਭਾਈ ਚਿੰਤਾ ਨਹੀਂ ਕਰਨੀ ਚਾਹੀਦੀ। ਜਿਹੜਾ ਆਪ ਪਰੇਸ਼ਾਨੀਆਂ ਵਿੱਚ ਘਿਰਿਆ ਹੋਵੇ, ਉਹ ਦੂਜਿਆਂ ਨੂੰ ਕਹੇਗਾ ਵੀ ਪਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ।
ਉਹਨੇ ਕਹਿਣਾ ਭਰਾਵਾ ਤੂੰ ਆਪਣੀ ਤਾਂ ਪਰੇਸ਼ਾਨੀਆਂ ਦਾ ਹੱਲ ਕਰ ਲੈ, ਮੇਰੀਆਂ ਬਾਅਦ ਵਿੱਚ ਕਰ ਲਈ। ਜਿਹਦਾ ਮਸਤਕ ਖਿੜਿਆ ਹੋਏਗਾ ਨਾ, ਵਿਗਾਸ ਵਿੱਚ ਜਿਹੜਾ ਹੋਏਗਾ, ਨਾਨਕ ਭਗਤਾਂ ਸਦਾ ਵਿਗਾਸ, ਉਹਦੇ ਅਰਥ ਇੱਥੇ ਕਰ ਸਕਦੇ ਆ ਤੈ ਨਰ ਮਾਥੈ ਭਾਗ। ਕਹਿੰਦੇ ਉਹ ਸਦਾ ਵਿਗਾਸ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ ਰਹਿੰਦੇ ਆ। ਤੇ ਜਿਹੜੇ ਸਦਾ ਖੇੜੇ ਰਹਿੰਦੇ ਨੇ ਉਹ ਦੂਜਿਆਂ ਨੂੰ ਵੀ ਖੇੜਾ ਦਿੰਦੇ ਨੇ, ਉਹ ਦੂਜਿਆਂ ਨੂੰ ਵੀ ਖੁਸ਼ੀਆਂ ਵੰਡਦੇ ਨੇ। ਜਿਹਦੇ ਕੋਲ ਅੰਮ੍ਰਿਤ ਹੋਏਗਾ ਅੰਮ੍ਰਿਤ ਵੰਡੇਗਾ, ਜ਼ਹਿਰ ਹੋਏਗੀ ਤੇ ਜ਼ਹਿਰ ਵੰਡੇਗਾ। ਇਸ ਲਈ ਕਹਿੰਦੇ ਉਸ ਮਸਤਕ ਦੇ ਭਾਗ ਚੰਗੇ ਹੁੰਦੇ ਨੇ, ਉਹ ਚੰਗੇ ਭਾਗਾਂ ਵਾਲਾ ਹੁੰਦਾ ਹੈ। ਉਹਦੇ ਮਾਨਸਿਕ ਮੰਡਲ ਵਿੱਚ ਚੰਗਿਆਈਆਂ ਆ ਜਾਂਦੀਆਂ ਨੇ, ਬੁਰਾਈਆਂ ਖਤਮ ਹੋ ਜਾਂਦੀਆਂ ਨੇ। ਜਿਸ ਮਨ ਨੇ ਆਪਣੇ ਜੀਵਨ ਅੰਦਰ ਬੈਰਾਗ ਦਾ ਭੇਖ ਬਣਾ ਲਿਆ, ਸਾਰੇ ਵਿਸ਼ੇ ਵਿਕਾਰਾਂ ਦਾ ਤਿਆਗ ਕਰਕੇ ਉਹਦੇ ਮਸਤਕ ਦੇ ਭਾਗ ਚੰਗੇ ਹੁੰਦੇ ਨੇ, ਭਾਵ ਉਹ ਸਦਾ ਖਿੜਿਆ ਰਹਿੰਦਾ ਹੈ। ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਮਾਇਆ ਦੀ ਗੱਲ ਕੀਤੀ ਤੇ ਆਰੰਭ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਕਿ ਜਿਹੜੀ ਵਿਖਿਆ ਨਾ, ਇਹ ਵੀ ਮਾਇਆ ਵਿੱਚੋਂ ਹੀ ਪੈਦਾ ਹੋਣੀ ਹੈ। ਜਦੋਂ ਅਸੀਂ ਵਿਸ਼ੇ ਵਿਕਾਰਾਂ ਦਾ ਤਿਆਗ ਕਰ ਦਿੱਤਾ, ਫਿਰ ਜਿਹੜੀ ਮਾਇਆ ਦੀ ਮਮਤਾ ਸੀ ਉਹਦਾ ਵੀ ਤਿਆਗ ਹੋ ਗਿਆ। ਹੁਣ ਜਿਵੇਂ ਮਾਇਆ ਕੀ ਹੈ? ਰਜਗੁਣ, ਤਮਗੁਣ, ਸਤਗੁਣ, ਇਹ ਤ੍ਰੈ ਗੁਣੀ ਮਾਇਆ ਹੈ ਨਾ, ਇਹ ਸੰਸਾਰ ਮਾਇਆ ਹੀ ਹੈ। ਕਹਿੰਦੇ ਜਦੋਂ ਇਹਦੇ ਨਾਲ ਤੁਸੀਂ ਮੋਹ ਪਾ ਲਓਗੇ, ਮਮਤਾ ਤੁਹਾਡੇ ਅੰਦਰ ਆ ਜਾਏਗੀ, ਪਰ ਉਹ ਵਿਸ਼ੇ ਵਿਕਾਰਾਂ ਦਾ ਰਸ ਉਹਨੇ ਵੰਡਣਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੂਪ ਵਿੱਚ ਫਿਰ ਉਹ ਜ਼ਹਿਰ ਤੁਹਾਡੇ ਅੰਦਰ ਚੜ ਗਈ ਤੇ ਤੁਹਾਨੂੰ ਅੰਮ੍ਰਿਤ ਮਿੱਠਾ ਹੀ ਨਹੀਂ ਲੱਗਣਾ, ਤੁਹਾਨੂੰ ਅੰਮ੍ਰਿਤ ਦਾ ਸਵਾਦ ਹੀ ਕੋਈ ਨਹੀਂ ਆਉਣਾ, ਤੁਹਾਨੂੰ ਅੰਮ੍ਰਿਤ ਦਾ ਰਸ ਹੀ ਕੋਈ ਨਹੀਂ ਆਉਣਾ। ਇੱਥੋਂ ਤੱਕ ਈਵਨ ਕਹਿ ਦੇਵਾਂ ਹੱਥ ਜੋੜ ਕੇ, ਜੇ ਕਿਤੇ ਕਥਾ ਵਿੱਚ ਕੋਈ ਮਸਾਲਾ ਨਾ ਲੱਗੇ, ਅੱਜ ਕਿੰਨੇ ਸਵਾਦ ਨਹੀਂ ਆਇਆ, ਕਿਉਂਕਿ ਅਸੀਂ ਗੁਰਬਾਣੀ ਦਾ ਸਵਾਦ ਥੋੜੀ ਲੈਣਾ ਸੀ, ਅਸੀਂ ਗੁਰਬਾਣੀ ਦਾ ਰਸ ਥੋੜੀ ਲੈਣਾ ਸੀ। ਅਸੀਂ ਤੇ ਲੈਣਾ ਸੀ ਵੀ ਕਿਸੇ ਦੀ ਲੱਤ ਨਹੀਂ ਖਿੱਚੀ, ਅੱਜ ਕਿਸੇ ਦੀ ਬਾਹ ਨਹੀਂ ਖਿੱਚੀ, ਅੱਜ ਕਿਸੇ ਬਾਰੇ ਉਹ ਫਲਾਣਾ ਕੁਝ ਨਹੀਂ ਕਿਹਾ। ਇਹਦਾ ਮਤਲਬ ਸਾਰੀ ਸ਼ਬਦ ਦੀ ਵਿਚਾਰ ਹੋ ਗਈ, ਉਹ ਸਵਾਦ ਨਹੀਂ ਆਇਆ। ਜਿਹੜੀ 2 ਮਿੰਟ ਕਿਸੇ ਦੀ ਗੱਲ ਕਰਨੀ ਸੀ, ਉਹਦੇ ਵਿੱਚੋਂ ਸਵਾਦ ਆਉਣਾ ਸੀ। ਇਹ ਫੈਸਲਾ ਤੁਸੀਂ ਆਪ ਕਰਿਓ। ਜਿਹੜੇ ਤੁਸੀਂ ਨਿਤ ਆ ਕੇ ਜੁੜਦੇ ਹੋ, ਤੁਹਾਨੂੰ ਰੋਜ਼ ਗੁਰਬਾਣੀ ਦਾ ਸਵਾਦ ਆਉਂਦਾ ਹੈ। ਕਿਉਂ ਆਉਂਦਾ ਹੈ? ਕਿਉਂਕਿ ਤੁਸੀਂ ਆਉਂਦੇ ਹੀ ਗੁਰਬਾਣੀ ਦਾ ਸਵਾਦ ਲੈਣ ਹੋ, ਤੁਸੀਂ ਆਉਂਦੇ ਹੀ ਗੁਰਬਾਣੀ ਦਾ ਰਸ ਲੈਣ ਹੋ। ਕਈ ਐਸੇ ਲੋਕ ਹੁੰਦੇ ਨੇ ਜਿਹੜੀਆਂ ਆਸੇ-ਪਾਸੇ ਦੀਆਂ ਗੱਲਾਂ ਦਾ ਸਵਾਦ ਲੈਣ ਆਉਂਦੇ ਆ ਕਿ ਫਲਾਣਾ ਤੇ ਆਹ ਕੁਝ ਕਹਿੰਦਾ ਹੈ, ਫਲਾਣਾ ਆਹ ਕੁਝ ਕਹਿੰਦਾ ਹੈ, ਪਰ ਜੋ ਗੁਰਬਾਣੀ ਕਹਿੰਦੀ ਉਹ ਤੇ ਸੁਣਿਆ ਹੀ ਨਹੀਂ। ਜੋ ਗੁਰਬਾਣੀ ਕਹਿ ਰਹੀ ਹੈ ਉਹਦਾ ਰਸ ਤੇ ਲਿਆ ਹੀ ਨਹੀਂ, ਬਸ ਹੋਰ ਆਸੇ-ਪਾਸੇ ਦਾ ਹੀ ਰਸ ਲੈ ਲਿਆ। ਤੇ ਫਿਰ ਅੰਦਰ ਜ਼ਹਿਰ ਘਟੇਗੀ ਕਿ ਵਧੇਗੀ? ਨਫ਼ਰਤ ਵਾਲੀ ਜ਼ਹਿਰ ਘਟੇਗੀ ਕਿ ਵਧੇਗੀ? ਈਰਖਾ ਵਾਲੀ ਜ਼ਹਿਰ ਘਟੇਗੀ ਕਿ ਵਧੇਗੀ? ਅਸੀਂ ਤੇ ਗੁਰਬਾਣੀ ਦਾ ਰਸ ਲੈ ਕੇ ਨਫ਼ਰਤ ਦੀ ਜ਼ਹਿਰ ਮੁਕਾਉਣੀ ਹੈ। ਅਸੀਂ ਤੇ ਕੇਵਲ ਗੁਰਬਾਣੀ ਦਾ ਰਸ ਲਓ। ਔਰ ਇਹੀ ਯਤਨ ਹੁੰਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਗੁਰਬਾਣੀ ਵਿੱਚ ਰਹਿ ਕੇ ਵਿਚਾਰ ਹੋਵੇ, ਆਸੇ-ਪਾਸੇ ਨਹੀਂ ਵੀ 1 ਘੰਟੇ ਦਾ ਸਮਾਂ ਹੈ ਤੇ 40 ਮਿੰਟ ਆਪਾਂ ਬਾਹਰ ਹੀ ਘੁੰਮਦੇ ਰਹੇ ਤੇ 10 ਮਿੰਟ ਗੁਰਬਾਣੀ ਦਾ ਰਸ ਨਹੀਂ। ਸਤ ਸੰਗਤ ਕਿਹਨੂੰ ਕਿਹਾ ਸੀ ਮਹਾਰਾਜ ਨੇ? ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਪਰ ਜਿਨ੍ਹਾਂ ਨੂੰ ਸਵਾਦ ਦੂਜਾ ਆਉਂਦਾ ਹੈ, ਉਹ ਕਹਿੰਦੇ ਅੱਜ ਸਵਾਦ ਨਹੀਂ ਆਇਆ। ਸਵਾਦ ਕਾਹਦਾ ਆਉਣਾ ਸੀ? ਗੁਰਬਾਣੀ ਦਾ ਆਉਣਾ ਸੀ, ਉਹ ਤੂੰ ਲੈਣ ਵਾਸਤੇ ਨਹੀਂ ਆਇਆ। ਮਾਫ ਕਰਨਾ, ਇਹ ਹਕੀਕਤ ਹੈ। ਸਭ ਕਹਿੰਦੇ ਜਿਨੇ ਇਸ ਵਿਸ਼ੇ ਵਿਕਾਰਾਂ ਦਾ ਰਸ, ਅਸੀਂ ਗੁਰਬਾਣੀ ਦਾ ਰਸ ਇਸੇ ਲਈ ਲੈਣਾ ਸੀ। ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਤੂੰ ਹੋਛੇ ਰਸ ਵਿੱਚ ਲਿਪਟਿਆ ਪਿਆ, ਤੈਨੂੰ ਅੰਮ੍ਰਿਤ ਦਾ ਰਸ ਕਿੱਥੋਂ ਮਿਲਣਾ? ਇਸੇ ਤਰ੍ਹਾਂ ਕਹਿ ਰਹੇ ਨੇ, ਕਹਿੰਦੇ ਜਿਨੇ ਵਿਸ਼ੇ ਵਿਕਾਰ ਤਿਆਗ ਦਿੱਤੇ ਨਾ, ਉਹਨੇ ਫਿਰ ਮਾਇਆ ਦੀ ਮਮਤਾ ਨੂੰ ਵੀ ਤਿਆਗ ਦਿੱਤਾ। ਕਿਉਂਕਿ ਮਾਇਆ ਦੀ ਮਮਤਾ ਵਿੱਚੋਂ ਹੀ ਤੇ ਜ਼ਹਿਰ ਪੈਦਾ ਹੋਣੀ ਹੈ, ਮਾਇਆ ਦੀ ਮਮਤਾ ਵਿੱਚੋਂ ਹੀ ਤੇ ਵਿਕਾਰ ਲੱਗਣੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿਕਾਰ। ਤੇ ਜਿਹਨੇ ਮਾਇਆ ਦੀ ਮਮਤਾ ਤਿਆਗਤੀ, ਉਹਨੇ ਵਿਸ਼ੇ ਵਿਕਾਰ ਵੀ ਤਿਆਗਤੇ। ਤੇ ਜਾਂ ਜਿਹਨੇ ਵਿਸ਼ੇ ਵਿਕਾਰ ਤਿਆਗੇ ਨੇ, ਉਹਨੇ ਮਾਇਆ ਦੀ ਮਮਤਾ ਵੀ ਤਿਆਗ ਦਿੱਤੀ। ਹੁਣ ਮਾਇਆ ਦੀ ਮਮਤਾ ਬਾਰੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ। ਸਭ ਕਹਿੰਦੇ ਮਾਇਆ, ਮਮਤਾ, ਮੋਹਣੀ,
ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਹਾਰਾਜ ਕਹਿੰਦੇ ਮਨਮੁਖ ਨੂੰ ਖਾ ਗਈ ਇਹ ਤ੍ਰੈ ਗੁਣੀ ਮਾਇਆ, ਇਹ ਖਾ ਗਈ, ਉਹਨੂੰ ਨਿਗਲ ਗਈ, ਕਿਉਂਕਿ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਕਹਿਣ ਲੱਗੇ ਜਿੰਨਾ ਸੰਸਾਰ ਦੀ ਮਮਤਾ ਮੋਹ ਅੰਦਰ ਪਾਲੋਗੇ ਉਨਾ ਹੀ ਇਹ ਤੁਹਾਨੂੰ ਨਿਗਲ ਜਾਏਗੀ, ਉਨਾ ਹੀ ਇਹ ਤੁਹਾਨੂੰ ਅੰਦਰੋਂ ਖੋਖਲਾ ਕਰ ਦੇਗੀ। ਤੁਸੀਂ ਸੰਸਾਰ ਦੇ ਮੋਹ ਵਿੱਚ ਨਹੀਂ, ਤੁਸੀਂ ਨਿਰੰਕਾਰ ਦੇ ਪਿਆਰ ਵਿੱਚ ਜੀਓ, ਫਿਰ ਤੁਹਾਨੂੰ ਪਰੇਸ਼ਾਨੀਆਂ ਸਤਾਉਣਗੀਆਂ ਨਹੀਂ। ਤੁਸੀਂ ਕਦੇ ਦੇਖੋ ਜਿਹੜਾ ਰੋਜ਼ ਭਿੱਜ ਕੇ ਨਿਤਨੇਮ ਕਰਦਾ ਨਾ, ਉਹ ਕਦੇ ਡਿਪਰੈਸ਼ਨ ਵਿੱਚ ਜਾਂਦਾ ਹੀ ਨਹੀਂ ਹੈ। ਉਹ ਤੇ ਚਰਖੜੀ ਤੇ ਚੜਿਆ ਵੀ ਮੁਸਕਰਾਉਂਦਾ ਹੁੰਦਾ ਹੈ, ਉਹ ਤੇ ਬੰਦ ਕਟਾ ਕੇ ਵੀ ਮੁਸਕਰਾ ਰਿਹਾ ਹੁੰਦਾ ਹੈ, ਤੇ ਬੱਚਿਆਂ ਦੇ ਟੁਕੜੇ ਪਵਾ ਕੇ ਝੋਲੀ 'ਚ ਵੀ ਮੁਸਕਰਾ ਰਿਹਾ ਹੁੰਦਾ ਹੈ। ਜਿਹਨੇ ਅੰਮ੍ਰਿਤ ਵੇਲੇ ਭਿੱਜ ਕੇ ਨਿਤਨੇਮ ਕੀਤਾ ਹੋਵੇ ਨਾ, ਉਹਦੇ ਅੰਦਰ ਕਦੇ ਵੀ ਡਿਪਰੈਸ਼ਨ ਵਾਲੀ ਹਾਲਤ ਨਹੀਂ ਹੁੰਦੀ। ਉਹ ਕਦੇ ਵੀ ਕਹਿ ਲਓ ਕਿ ਚਿੰਤਾਵਾਂ ਵਿੱਚ ਉਹਨੂੰ ਨਹੀਂ ਘੇਰਦੀਆਂ, ਜਿਹੜਾ ਰੋਜ਼ ਉੱਠ ਕੇ ਭਿੱਜ ਕੇ ਨਿਤਨੇਮ ਕਰਦਾ ਹੈ। ਤੇ ਜਿਹਨੇ ਨਿਤਨੇਮ ਕੀਤਾ ਹੀ ਕੋਈ ਨਹੀਂ, ਸਾਰਾ ਦਿਨ ਡਿਪਰੈਸ਼ਨ ਵਿੱਚ, ਸਾਰਾ ਦਿਨ ਟੈਨਸ਼ਨ, ਸਾਰਾ ਦਿਨ ਜਿਹੜਾ ਉਹ ਫਿਕਰ, ਚਿੰਤਾ, ਝੋਰਾ ਇਹੀ ਲੱਗਾ ਰਹਿੰਦਾ ਹੈ। ਇਹੀ ਕਾਰਨ ਸੀ ਕਿਸੇ ਨੇ ਕਿਹਾ, ਤੱਤ ਕੱਢਿਆ ਕਿਸੇ ਨੇ, ਕਹਿੰਦੇ ਗੁਰਬਾਣੀ ਪੜਨ ਵਾਲੇ ਨੂੰ ਕਦੇ ਵੀ ਪਰੇਸ਼ਾਨੀ ਆ ਹੀ ਨਹੀਂ ਸਕਦੀ। ਕਿਉਂ? ਕਿਉਂਕਿ ਉਹ ਕਦੇ ਪਰੇਸ਼ਾਨ ਹੋ ਹੀ ਨਹੀਂ ਸਕਦਾ। ਗੁਰਬਾਣੀ ਤੇ ਸਦਾ ਖੇੜਾ ਖੁਸ਼ੀ ਬਖਸ਼ਦੀ ਹੈ। ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਇਹ ਨਾਗਣੀ ਹੈ ਜਿਹੜੀ ਜਗਤ ਨੂੰ ਲਿਪਟੀ ਪਈ ਹੈ। ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ, ਇਹ ਖਾ ਜਾਂਦੀ ਹੈ। ਜਿਵੇਂ ਇੱਕ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਹ ਮਾਇਆ ਦੀ ਮਮਤਾ ਵੀ ਐਸੀ ਹੈ ਜਿਹੜੀ ਬੰਦੇ ਨੂੰ ਅੰਦਰੋਂ ਹੀ ਅੰਦਰ ਖਾ ਜਾਂਦੀ ਹੈ, ਇਹਨੂੰ ਖੋਖਲਾ ਕਰ ਦਿੰਦੀ ਹੈ ਅੰਦਰੋਂ ਹੀ। ਮਾਇਆ ਮਮਤਾ ਮੋਹਣੀ ਵਿਣ ਦੰਤਾ ਜਗ ਖਾਇਆ। ਮਹਾਰਾਜ ਕਹਿੰਦੇ ਨੇ ਮਨਮੁਖ ਖਾਦੇ, ਮਨਮੁਖ ਖਾ ਲਏ ਨੇ, ਪਰ ਗੁਰਮੁਖ ਨੂੰ ਇਹ ਮਾਇਆ ਦੀ ਮਮਤਾ ਖਾ ਨਹੀਂ ਸਕੀ, ਉਹਨੂੰ ਚਿੰਤਾਵਾਂ ਵਿੱਚ, ਪਰੇਸ਼ਾਨੀਆਂ ਦੇ ਘੇਰੇ ਵਿੱਚ ਨਹੀਂ ਲਿਆ ਸਕੀ। ਕਿਉਂ? ਕਿਉਂਕਿ ਗੁਰਮੁਖ ਉਬਰੇ, ਗੁਰਮੁਖ ਬਚ ਗਏ, ਕਿਉਂਕਿ ਉਹਨਾਂ ਕੋਲ ਗੁਰਬਾਣੀ ਦਾ ਆਸਰਾ ਸੀ, ਉਹਨਾਂ ਕੋਲ ਗੁਰਬਾਣੀ ਸੀ। ਇਸ ਲਈ ਆਖਿਆ, ਕਹਿਣ ਲੱਗੇ ਤੂੰ ਇਹ ਝੂਠੇ ਧੰਦਿਆਂ ਦੇ ਵਿੱਚੋਂ ਦੀ ਨਿਕਲ ਜਾ ਤੇ ਨਾਮ ਦਾ ਰਸ ਲੈ। ਗੁਰੂ ਦੁਆਰੇ ਆਉਣਾ ਬਹੁਤ ਜ਼ਰੂਰੀ ਹੈ। ਸਾਡਾ ਗੁਰੂ ਦੇ ਦੁਆਰੇ ਆਉਣ ਤੋਂ ਬਿਨਾਂ ਨਹੀਂ ਸਰੇਗਾ, ਕਿਉਂਕਿ ਮਾਇਆ ਦੀ ਮਮਤਾ ਵਿੱਚੋਂ ਨਿਕਲਣ ਲਈ ਸਾਨੂੰ ਗੁਰੂ ਦਾ ਦੁਆਰਾ ਅਪਣਾਉਣਾ ਪਏਗਾ, ਗੁਰੂ ਦੇ ਦਰਵਾਜ਼ੇ ਤੇ ਆਉਣਾ ਪਏਗਾ ਜੇ ਬਚ ਸਕਦੇ। ਕਿਉਂਕਿ ਇੱਕੋ ਇੱਕ ਤੇ ਦਰ ਹੈ ਜਿੱਥੋਂ ਬਚਾਅ ਹੋ ਸਕਦਾ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਦੁਆਰਾ, ਪੂਰੇ ਗੁਰੂ ਦਾ ਦੁਆਰਾ, ਜਿੱਥੇ ਆ ਕੇ ਜੈਸੀ ਮੈਂ ਆਵੇ ਖਸਮ ਕੀ ਬਾਣੀ। ਉਹ ਖਸਮ ਰੱਬ ਜੀ ਦੀ ਉਹ ਧੁਰੋਂ ਬਾਣੀ ਜਿਹੜੀ ਆਈ ਹੈ ਉਹ ਸਾਨੂੰ ਮਿਲੇਗੀ, ਜਿਹਦੇ ਵਿੱਚ ਅਸੀਂ ਅੰਮ੍ਰਿਤ ਰਸ ਲੈ ਕੇ ਜ਼ਹਿਰ ਦੇ ਰਸ ਤੋਂ ਬਚ ਸਕਦੇ ਹਾਂ। ਇਸ ਲਈ ਸਾਹਿਬ ਜੀ ਕਹਿੰਦੇ, ਜਹ ਮਾਇਆ ਮਮਤਾ ਤਜੀ। ਜਿਸ ਪ੍ਰਾਣੀ ਨੇ ਮਾਨਸਿਕ ਮੰਡਲ ਦੇ ਵਿੱਚ ਮਨ ਦੇ ਰਾਹੀਂ ਇਸ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ ਹੈ, ਸਭ ਤੇ ਭਇਓ ਉਦਾਸ। ਇੱਥੇ ਉਦਾਸ ਦਾ ਮਤਲਬ ਉਹ ਨਹੀਂ ਲੈਣਾ ਵੀ ਅੱਜ ਬੰਦਾ ਬੜਾ ਉਦਾਸ ਬੈਠਾ ਹੈ, ਉਹ ਨਹੀਂ। ਇੱਥੇ ਉਦਾਸ ਦਾ ਮਤਲਬ ਹੈ ਉਪਰਾਮ ਹੋ ਜਾਣਾ, ਰਹਿਣਾ ਸੰਸਾਰ ਦੇ ਵਿੱਚ ਹੀ ਹੈ, ਰਹਿਣਾ ਇਸ ਸੰਸਾਰ ਵਿੱਚ, ਪਰਿਵਾਰ ਦੇ ਵਿੱਚ ਹੀ ਹੈ। ਉਦਾਸ ਦਾ ਮਤਲਬ ਇਹ ਵੀ ਨਹੀਂ ਕਿ ਪਰਿਵਾਰ ਛੱਡ ਕੇ ਇੱਕ ਪਾਸੇ ਹੋ ਜਾਓ, ਧੀਆਂ ਪੁੱਤਰ ਛੱਡ ਕੇ ਤੇ ਜਾ ਕੇ ਇਕੱਲੇ ਇਕਾਂਤ ਵਿੱਚ ਕਿਤੇ ਬਹਿ ਜਾਓ। ਉਹਦਾ ਫਿਰ ਬੇਨਤੀ ਕਰਾਂ, ਇਹ ਸਾਰੇ ਸ਼ਬਦ ਮਨ ਉੱਤੇ ਲਾਗੂ ਹੁੰਦੇ ਨੇ, ਤਨ ਉੱਤੇ ਨਹੀਂ ਹੁੰਦੇ। ਤਾਂ ਹੀ ਤੇ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਮਾਇਆ ਤਜੀ ਤਾਂ ਕਿਹਾ ਹੋਇਆ, ਮਾਇਆ ਛੱਡ ਕੇ ਕੀ ਹੋਇਆ? ਤੂੰ ਬਹੁਤ ਮਹਾਨ ਹੋ ਗਿਆ, ਤੈਨੂੰ ਮਹਾਨ ਪੁਰਸ਼ ਕਿਹਾ ਜਾਏ? ਨਹੀਂ, ਮਾਨ ਤਜਿਆ ਨਹੀਂ ਜਾਏ। ਮਾਨ ਤਾਂ ਅੰਦਰ ਦਾ ਤਿਆਗਿਆ ਹੀ ਨਹੀਂ ਤੂੰ ਆਪਣੇ ਅੰਦਰ ਦਾ ਮਾਨ ਤਿਆਗਣਾ ਸੀ, ਮਾਇਆ ਨਹੀਂ ਸੀ ਤਿਆਗਣੀ। ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ, ਤੁਸੀਂ ਗ੍ਰਸਤ ਤਿਆਗ ਦਿੱਤਾ, ਸੰਸਾਰ ਤਿਆਗ ਦਿੱਤਾ, ਤੁਸੀਂ ਇਕਾਂਤ ਵਿੱਚ ਆ ਕੇ ਬੈਠ ਗਏ। ਇਹ ਕਾਹਦਾ ਜੋਗ ਹੋਇਆ? ਜੋਗ ਤੇ ਉਹ ਹੈ ਜਿਹੜਾ ਅੰਜਨ ਮਾਹੇ ਨਿਰੰਜਨ ਰਹੀ ਹੈ। ਜੋਗ ਜੁਗਤ ਇਵ ਪਾਈਐ। ਤੁਸੀਂ ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋਣਾ ਸੀ।
ਤੁਸੀਂ ਧੀਆਂ ਪੁੱਤਰਾਂ ਦੇ ਵਿੱਚ, ਪਰਿਵਾਰ ਵਿੱਚ ਰਹਿ ਕੇ ਨਿਤਨੇਮ ਕਰਨਾ ਸੀ। ਤੁਸੀਂ ਪਰਿਵਾਰ ਦੇ ਸਮੇਤ ਗੁਰੂ ਸਾਹਿਬ ਦੇ ਘਰ ਵਿੱਚ ਆਉਣਾ ਸੀ। ਤੁਸੀਂ ਆਪ ਤੇ ਪਰਿਵਾਰ, ਧੀਆਂ ਪੁੱਤਰਾਂ ਨੂੰ ਲੈ ਕੇ ਬਾਣੇ ਤੇ ਬਾਣੀ ਦੇ ਨਾਲ ਜੁੜਨਾ ਸੀ। ਪਰ ਤੁਸੀਂ ਤੇ ਆ ਪਰਿਵਾਰ ਨੂੰ ਛੱਡ ਕੇ ਇਕੱਲੇ ਹੋ ਗਏ, ਇਕਾਂਤ। ਤੇ ਗੁਰਮਤ ਇਹ ਕਹਿੰਦੀ ਨਹੀਂ। ਗੁਰਮਤ ਇਹ ਥੋੜੀ ਕਹਿੰਦੀ ਹੈ ਵੀ ਇਕੱਲਾ ਇੱਕ ਇੱਕ ਦੇ ਕੰਨ ਵਿੱਚ ਮੰਤਰ ਭਰ ਦਿਓ ਤੇ ਠੀਕ ਹੈ, ਆਪਣੇ ਪੁੱਤਰ ਨੂੰ ਵੀ ਨਾ ਦੱਸੋ। ਗੁਰੂ ਸਾਹਿਬ ਕਹਿੰਦੇ ਜੇ ਜਪਜੀ ਸਾਹਿਬ ਉੱਠ ਕੇ ਪਾਠ ਕੀਤਾ ਨਾ ਤੇ ਆਪਣੀ ਘਰ ਵਾਲੀ ਨੂੰ ਵੀ ਦੱਸ, ਆਪਣੇ ਬੱਚਿਆਂ ਨੂੰ ਵੀ ਦੱਸ, ਆਪਣੇ ਭਰਾਵਾਂ ਨੂੰ ਵੀ ਦੱਸ, ਸਾਰੇ ਪਰਿਵਾਰ ਨੂੰ ਦੱਸ ਕਿ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ, ਤੁਸੀਂ ਵੀ ਕਰੋ। ਮੈਂ ਰਹਿਰਾਸ ਸੋਦਰ ਦੀ ਬਾਣੀ ਦਾ ਪਾਠ ਕੀਤਾ, ਤੁਸੀਂ ਵੀ ਕਰੋ। ਜਾਂ ਕਹੋ ਕਿ ਮੈਂ ਪਾਠ ਕਰਨ ਲੱਗਾ, ਤੁਸੀਂ ਵੀ ਮੇਰੇ ਨਾਲ ਬੈਠ ਕੇ ਸੋਦਰ ਦੀ ਬਾਣੀ ਪੜੋ। ਨਿਤਨੇਮ ਕਰਨ ਲੱਗਾ, ਤੁਸੀਂ ਵੀ ਬੈਠ ਕੇ ਪਾਠ ਕਰੋ। ਇਹ ਨਹੀਂ ਕਿ ਮੈਂ ਕੀਤਾ ਕਿਸੇ ਨੂੰ ਪਤਾ ਨਾ ਲੱਗ ਜਾਏ। ਜੇ ਲੱਗ ਗਿਆ ਤੇ ਮੇਰਾ ਜਪਜੀ ਸਾਹਿਬ ਦਾ ਪਾਠ ਕੀਤਾ ਬੇਕਾਰ। ਕਿਤੇ ਗੁਰਬਾਣੀ ਵਿੱਚ ਇਸ ਤਰ੍ਹਾਂ ਦੀ ਮੱਤ ਮਿਲਦੀ ਹੈ? ਨਹੀਂ ਮਿਲਦੀ। ਉੱਥੇ ਤੇ ਆਖਿਆ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇੱਥੇ ਤੇ ਆਖਿਆ ਆਪ ਜਪੋ ਅਵਰਹ ਨਾਮ ਜਪਾਵੋ। ਆਪ ਵੀ ਜੁੜ ਜਾਓ, ਹੋਰਾਂ ਨੂੰ ਵੀ ਜੋੜੋ। ਆਪਣੇ ਪਰਿਵਾਰ, ਧੀਆਂ ਪੁੱਤਰ, ਭੈਣ ਭਰਾਵਾਂ ਦੇ ਸਮੇਤ ਗੁਰੂ ਘਰ ਆਓ। ਜਿੱਥੇ ਤੁਹਾਡੇ ਕੰਨਾਂ ਵਿੱਚ ਗੁਰਬਾਣੀ ਪਏਗੀ, ਉੱਥੇ ਤੁਹਾਡੇ ਪਰਿਵਾਰ ਦੇ ਕੰਨਾਂ ਵਿੱਚ ਵੀ ਬਾਣੀ ਪਏਗੀ। ਇਸ ਲਈ ਇਹ ਨਿਰਾਲਾ ਹੈ ਰਸਤਾ। ਤਾਂ ਹੀ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਰੀਰ ਕਰਕੇ ਜੋਗੀ ਨਹੀਂ ਬਣਾਉਣਾ, ਤੁਹਾਨੂੰ ਸਰੀਰ ਕਰਕੇ ਉਪਰਾਮ ਨਹੀਂ ਕਰਨਾ, ਸਰੀਰ ਕਰਕੇ ਬੈਰਾਗੀ ਨਹੀਂ ਬਣਾਉਣਾ, ਸਰੀਰ ਕਰਕੇ ਸਾਧੂ ਨਹੀਂ ਬਣਾਉਣਾ। ਮੈਂ ਤੁਹਾਨੂੰ ਬਣਾਉਣਾ ਮਾਨਸਿਕ ਤਲ ਉਤੇ। ਤੁਹਾਡਾ ਮਾਨਸਿਕ ਮੰਡਲ ਮਜ਼ਬੂਤ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਗੋਰਖਨਾਥ ਨੂੰ ਕੀ ਸਮਝਾਉਂਦੇ ਰਹੇ? ਇਹੀ ਗੱਲਾਂ ਸਮਝਾਉਂਦੇ ਰਹੇ ਕਿ ਜਿਸ ਗ੍ਰਸਤ ਨੂੰ ਛੱਡ ਕੇ ਆਏ ਹੋ, ਉਸੇ ਗ੍ਰਸਤ ਵਿੱਚ ਰਹਿ ਕੇ ਤੁਸੀਂ ਨਿਰੰਕਾਰ ਨੂੰ ਪਾਉਣਾ ਸੀ। ਉਦਾਸ ਦਾ ਅਰਥ ਹੈ ਉਪਰਾਮ ਹੋ ਜਾਣਾ, ਅੰਜਨ ਵਿੱਚ ਰਹਿ ਕੇ ਨਿਰਅੰਜਨ ਹੋ ਜਾਣਾ। ਸੰਸਾਰ ਵਿੱਚ ਰਹਿ ਕੇ ਸੰਸਾਰ ਦੇ ਮੋਹ ਤੋਂ ਉੱਪਰ ਉੱਠ ਜਾਣਾ। ਪਰਿਵਾਰ ਵਿੱਚ ਰਹਿ ਕੇ ਪਰਿਵਾਰ ਦੇ ਮੋਹ ਤੋਂ ਉੱਪਰ ਉੱਠ ਜਾਣਾ। ਮੋਹ ਦਾ ਮਤਲਬ ਕੀ ਹੈ ਕਿ ਪਰਿਵਾਰ ਵਿੱਚ ਹੀ ਇੰਨਾ ਗਲਤਾਨ ਹੋ ਗਿਆ, ਗੁਰੂ ਘਰ ਆਉਣ ਨੂੰ ਵੀ ਸਮਾਂ ਨਹੀਂ ਲੱਗਦਾ, ਉਹ ਮੋਹ ਬਣ ਗਿਆ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵੀ ਕਰਨਾ ਔਖਾ ਹੋ ਗਿਆ। ਐਸਾ ਮੋਹ ਦੀਆਂ ਬੇੜੀਆਂ ਪੈ ਗਈਆਂ ਕਿ ਨਿਤਨੇਮ ਵੀ ਨਹੀਂ ਹੁੰਦਾ, ਗੁਰੂ ਘਰ ਵੀ ਨਹੀਂ, ਸੰਗਤ ਵੀ ਨਹੀਂ ਹੁੰਦੀ। ਸਾਹਿਬ ਕਹਿੰਦੇ ਪਰਿਵਾਰ ਵਿੱਚ ਰਹਿ, ਨਿਤਨੇਮ ਵੀ ਕਰ ਤੇ ਗੁਰੂ ਦੇ ਘਰ ਵਿੱਚ ਵੀ ਆ, ਆਪਣੇ ਪਰਿਵਾਰ ਨੂੰ ਵੀ ਲੈ ਕੇ ਆ। ਜਦੋਂ ਤੂੰ ਆਪ ਜੁੜ ਗਿਆ, ਹੋਰਾਂ ਨੂੰ ਵੀ ਜੋੜ ਦਿੱਤਾ ਤੇ ਜੰਮਣ ਮਰਨ ਦੀ ਇਸ ਹੱਸਣ ਰੋਣ ਖੁਸ਼ੀ ਗਮ ਤੋਂ ਉੱਪਰ ਉੱਠ ਗਿਆ, ਫਿਰ ਤੂੰ ਉਦਾਸ ਹੋ ਜਾਏਗਾ। ਉਦਾਸ ਦਾ ਮਤਲਬ ਉਪਰਾਮ ਹੋ ਜਾਏਗਾ। ਇਸ ਲਈ ਸਾਹਿਬ ਕਹਿੰਦੇ ਆ ਜਿਹੜੀ ਮਾਇਆ ਹੈ, ਹੁਣ ਮਾਇਆ ਸਾਡੇ ਪਹਿਲਾਂ ਤੇ ਸਾਡੇ ਤੇ ਹੀ ਲਾਗੂ ਹੁੰਦੀ ਹੈ। ਆ ਸਰੀਰ ਜਿਹੜਾ ਹਾਰਡ ਮਾਸ, ਨਾੜੀ ਕੋ ਪਿੰਜਰ, ਆ ਜਿਹੜਾ ਪਿੰਜਰਾ ਹੈ ਨਾ, ਇਹ ਵੀ ਮਾਇਆ ਹੀ ਹੈ। ਸਾਹਿਬ ਕਹਿੰਦੇ ਤੂੰ ਆਪਣੇ ਜਿਹੜਾ ਤੈਨੂੰ ਮਾਇਆ ਰੂਪੀ ਪਿੰਜਰਾ ਦਿੱਤਾ, ਤੂੰ ਪਹਿਲਾਂ ਤੇ ਇਹਦੇ ਨਾਲ ਹੀ ਮਮਤਾ ਪਾ ਕੇ ਬਹਿ ਗਿਆ। ਜਦੋਂ ਤੇਰੀ ਇਹਦੇ ਨਾਲ ਮਮਤਾ ਪੈ ਗਈ, ਮੋਹ ਪੈ ਗਿਆ, ਤੇਰਾ ਇਹਦੇ ਨਾਲ ਪਿਆਰ ਪੈ ਗਿਆ, ਫਿਰ ਸੰਸਾਰ ਦੇ ਜਿੰਨੇ ਜੀ ਤੇਰੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਨਾਲ ਮੋਹ ਪੈ ਜਾਏਗਾ। ਨਾ ਆਪਣਾ ਤੂੰ ਇਹ ਮੋਹ ਪਾਲ ਤੇ ਨਾ ਦੂਜਿਆਂ ਨਾਲ ਮੋਹ ਪਾ। ਇਹ ਤੂੰ ਇਹ ਸੋਚ ਕੇ ਚੱਲ ਕਿ ਇਹ ਸਰੀਰ ਇੱਕ ਕਿਰਾਏ ਦਾ ਮਕਾਨ ਹੈ, ਜਿਹਨੂੰ ਇੱਕ ਦਿਨ ਛੱਡ ਕੇ ਜਾਣਾ ਪੈਣਾ ਹੈ। ਇਹ ਜਿਹੜੀ ਸਾਡੀ ਅੰਦਰ ਜਿੰਦ ਬੈਠੀ ਹੈ ਨਾ, ਉਹ ਸਦਾ ਵਾਸਤੇ ਨਹੀਂ ਬੈਠੀ। ਜਦੋਂ ਮਾਲਕ ਦਾ ਸੱਦਾ ਆਉਣਾ ਤੇ ਇਸ ਜਿੰਦ ਨੇ ਉੱਠ ਕੇ ਤੁਰ ਪੈਣਾ, ਘਰ ਇੱਥੇ ਹੀ ਖਾਲੀ ਰਹਿ ਜਾਣਾ। ਇਹ ਸਦਾ ਵਾਸਤੇ ਨਹੀਂ ਮਿਲਿਆ, ਕਿਉਂਕਿ ਜਿਹੜਾ ਕਿਰਾਏ ਤੇ ਰਹਿਣ ਵਾਲਾ ਉਹਨੂੰ ਪਤਾ ਕਿ ਮੈਂ ਸਦਾ ਨਹੀਂ ਇੱਥੇ ਰਹਿਣਾ। ਜਦੋਂ ਮੈਨੂੰ ਮੇਰੇ ਮਾਲਕ ਨੇ ਕਹਿ ਦਿੱਤਾ ਤੇ ਮੈਨੂੰ ਉੱਠ ਕੇ ਜਾਣਾ ਪਏਗਾ, ਮੈਨੂੰ ਤੁਰਨਾ ਪਏਗਾ, ਕਿਉਂਕਿ ਮੈਂ ਮਾਲਕ ਨੇ ਜਿਸ ਦਿਨ ਕਹਿ ਦਿੱਤਾ ਵੀ ਘਰ ਖਾਲੀ ਕਰ ਦਿਓ, ਕਰਨਾ ਪਏਗਾ। ਤੇ ਜਿਸ ਦਿਨ ਉਸ ਮਾਲਕ ਨੇ ਕਹਿਤਾ ਵੀ ਤੇਰੇ ਘਰ ਖਾਲੀ ਹੋਣ ਦਾ ਸਮਾਂ ਆ ਗਿਆ ਤੇ ਜਿੰਦ ਤੇਰੀ ਵਿੱਚੋਂ ਦੀ ਕੱਢਣੀ ਹੈ ਤੇ ਨਿਕਲਣੀ ਹੈ। ਜੇ ਨਹੀਂ ਜਿੰਦ ਨਿਕਲੇਗੀ ਤਾਂ ਵੀ ਔਖੀ ਹੋ ਕੇ ਨਿਕਲੇਗੀ। ਹੱਥ ਮਰੋੜਾ ਤਨ ਕਪੈ ਸਿਆਹੋ ਹੋਵਾ। ਇਹ ਕਿਹਨਾਂ ਦੀ ਹਾਲਤ ਹੁੰਦੀ? ਜਿਨ੍ਹਾਂ ਅੰਦਰ ਮਾਇਆ ਦੀ ਮਮਤਾ ਹੁੰਦੀ ਹੈ। ਜਿਨ੍ਹਾਂ ਅੰਦਰ ਮਾਇਆ ਦੀ ਮਮਤਾ ਨਹੀਂ ਨਾ ਹੁੰਦੀ, ਉਹ ਪਰਵਾਹੀ ਕੋਈ ਨਹੀਂ ਕਰਦੇ। ਉਹ ਕਹਿੰਦੇ ਜਿੰਦ ਅੱਜ ਨਿਕਲ ਜਾਏ ਭਾਵੇਂ ਭਲਕੇ ਨਿਕਲ ਜਾਏ, ਪਰਵਾਹ ਕੋਈ ਨਹੀਂ, ਕਿਉਂਕਿ ਜਿਹੜਾ ਸੌਦਾ ਲੈਣਾ ਸੀ ਉਹ ਤੇ ਮੈਂ ਲੈ ਲਿਆ।
ਜਿਹੜਾ ਰਸ ਲੈਣਾ ਸੀ ਉਹ ਤੇ ਮੈਂ ਲੈ ਲਿਆ, ਹੁਣ ਇਸ ਘਰ ਛੱਡਣ ਦੀ ਕੋਈ ਪਰੇਸ਼ਾਨੀ ਨਹੀਂ। ਪਰ ਜਿਹਨੂੰ ਮਮਤਾ ਹੈ ਨਾ, ਉਹ ਤੇ 24 ਘੰਟੇ ਸੋਚਦਾ ਰਹਿੰਦਾ ਵੀ ਹਾਏ ਕਿਤੇ ਸਵਾਸ ਨਿਕਲ ਨਾ ਜਾਏ, ਮੇਰਾ ਕੀ ਹੋਵੇਗਾ, ਹਜੇ ਤੇ ਮੈਂ ਜਵਾਨੀਆਂ ਮੰਨਣੀਆਂ ਨੇ। ਬੜੇਪਾ ਸਿਖਰ ਤੇ ਹੈ ਤੇ ਸੋਚਦਾ ਹਜੇ ਤੇ ਮੈਂ ਜਵਾਨੀਆਂ ਮੰਨਣੀਆਂ ਨੇ, ਹਜੇ ਤੇ ਦੁਨੀਆ ਦਾ ਆਹ ਰਸ ਰਹਿ ਗਿਆ, ਉਹ ਰਸ ਰਹਿ ਗਿਆ। ਇਹ ਮਾਇਆ ਦੀ ਮਮਤਾ ਨਹੀਂ ਤੇ ਹੋਰ ਕੀ ਹੈ। ਹਜੇ ਵੀ ਫਿਕਰ ਲੱਗਾ ਪਿਆ ਕੀ ਹੋਏਗਾ, ਹਜੇ ਤੇ ਮੈਂ ਆਹ ਕੁਝ ਉਹ ਕੁਝ ਕਰਨਾ ਹੈ, ਇਹੀ ਤੇ ਮਾਇਆ ਦੀ ਮਮਤਾ ਹੈ। ਕਹਿੰਦੇ ਨੇ ਇਹ ਜਿਹੜੀ ਮਾਇਆ ਦੀ ਮਮਤਾ ਜਿਹਨੇ ਤਿਆਗ ਦਿੱਤੀ ਹੈ, ਸਭ ਤੇ ਭਇਓ ਉਦਾਸ, ਉਸ ਹਰ ਪੱਖ ਤੋਂ ਹਰ ਪਾਸਿਓਂ ਉਪਰਾਮ ਹੋ ਜਾਂਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਤੇਹ ਘਟ ਬ੍ਰਹਮ ਨਿਵਾਸ। ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਰਹੇ ਨੇ, ਕਹਿੰਦੇ ਆਪਣੇ ਆਪਣੇ ਮਨ ਨੂੰ ਆਵਾਜ਼ ਦਿਓ, ਮਨਾ ਸੁਣ। ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿ ਰਹੇ ਨੇ, ਕਿਉਂਕਿ ਗੁਰੂ ਸਾਹਿਬ ਬੋਲ ਰਹੇ ਨੇ ਤੇ ਅਸੀਂ ਮਨ ਕਰਕੇ ਸੁਣਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਨ ਰੇ ਮਨਾ, ਹੇ ਮਨਾ ਤੂੰ ਧਿਆਨ ਲਾ ਕੇ ਸੁਣ। ਤੇਹ ਘਟ ਬ੍ਰਹਮ ਨਿਵਾਸ, ਘਟ ਹਿਰਦਾ, ਉਹਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੁੰਦਾ ਹੈ। ਕਿਹਨਾਂ ਦੇ, ਕਹਿੰਦੇ ਜਿਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ ਤੇ ਹਰ ਪਾਸਿਓਂ ਉਹ ਉਪਰਾਮ ਹੋ ਗਿਆ। 3 ਗੁਣਾ ਤੋਂ ਉੱਪਰ ਉੱਠ ਕੇ, ਦੁੱਖ ਸੁੱਖ ਤੋਂ ਉੱਪਰ ਉੱਠ ਕੇ ਜੋ ਸਹਿਜ ਦੇ ਵਿੱਚ ਚਲਾ ਗਿਆ। ਸਹਿਜ ਦਾ ਅਰਥ ਕੀ ਹੈ, ਜਿਹਦਾ ਮਨ ਟਿਕਾ ਵਿੱਚ ਆ ਗਿਆ। ਹੁਣ ਜਦੋਂ ਤੱਕ ਮਾਇਆ ਦੀ ਮਮਤਾ ਅੰਦਰ ਹੋਏਗੀ, ਮਨ ਟਿਕ ਹੀ ਨਹੀਂ ਸਕਦਾ, ਮਨ ਨੂੰ ਟਿਕਾ ਆਏਗਾ ਹੀ ਨਹੀਂ, ਕਿਉਂਕਿ ਇਸ ਮਾਇਆ ਦੀ ਮਮਤਾ ਨੇ ਮਨ ਨੂੰ ਚੰਚਲ ਬਣਾ ਦਿੱਤਾ। ਇੱਕ ਇਨਸਾਨ, ਰਾਤ ਵੀ ਇਹੀ ਜ਼ਿਕਰ ਚੱਲਿਆ ਸੀ, 3 ਪੜਾਅ ਦੀ ਗੱਲ ਚੱਲੀ ਸੀ ਕਿ ਬਾਲਪਨ ਕੀ ਹੈ, ਜੋਬਨ ਕੀ ਹੈ ਤੇ ਬੁਢੇਪਾ ਕੀ ਹੈ। ਹੁਣ ਬਾਲਪਨ ਕੀ ਹੈ, ਜਿਹਦਾ ਅੰਦਰ ਬਿਲਕੁਲ ਮਾਈਂਡ ਵਾਸ਼ ਹੈ, ਮਨ ਬਿਲਕੁਲ ਅੰਦਰ, ਉਹਨੂੰ ਨਹੀਂ ਪਤਾ ਕਿ ਅੰਮ੍ਰਿਤ ਕੀ ਹੈ, ਜ਼ਹਿਰ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਉਹਨੂੰ ਨਹੀਂ ਪਤਾ। ਪਰ ਉਹ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਸੰਸਾਰ ਵਿੱਚ, ਤਿਵੇਂ ਤਿਵੇਂ ਉਹਨੂੰ ਅੰਮ੍ਰਿਤ ਦਾ, ਜ਼ਹਿਰ ਦਾ, ਸੱਚ ਦਾ, ਝੂਠ ਦਾ, ਅੱਗ ਦਾ, ਪਾਣੀ ਦਾ ਪਤਾ ਲੱਗਣ ਲੱਗ ਜਾਂਦਾ ਹੈ ਕਿ ਪਾਣੀ ਡੋਬ ਦਿੰਦਾ ਹੈ ਤੇ ਅੱਗ ਸਾੜ ਦਿੰਦੀ ਹੈ। ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਹ ਝੂਠ ਹੈ ਤੇ ਆਹ ਸੱਚ ਹੈ। ਪਰ ਛੋਟੇ ਜਿਹੇ ਬੱਚੇ ਨੂੰ ਤੇ ਕੁਝ ਨਹੀਂ ਪਤਾ। ਜਿਹੜਾ ਜੰਮਣ ਵਾਲਾ ਬੱਚਾ ਗੋਦ ਵਿੱਚ ਬੈਠਾ, ਉਹਨੂੰ ਕੀ ਪਤਾ ਹਿੰਦੂ ਕੌਣ ਹੁੰਦਾ ਹੈ, ਮੁਸਲਮਾਨ ਕੌਣ ਹੁੰਦਾ ਹੈ, ਸਿੱਖ ਕੌਣ ਹੁੰਦਾ ਹੈ, ਈਸਾਈ ਕੌਣ ਹੁੰਦਾ ਹੈ, ਉਹਨੂੰ ਕੀ ਪਤਾ ਕਿਹੜਾ ਮੁਲਕ ਕਿਹੜਾ ਹੈ, ਉਹਨੂੰ ਕੀ ਪਤਾ। ਉਹ ਤੇ ਬਸ ਦੇਖੀ ਜਾਂਦਾ ਹੈ ਵੀ ਆਹ ਸੰਸਾਰ ਹੈ, ਇਹ ਕੌਣ ਹੈ ਜਿਹੜੇ ਮੇਰੇ ਅੱਖਾਂ ਦੇ ਸਾਹਮਣੇ ਆ ਰਹੇ। ਉਹਨੂੰ ਤੇ ਇਹ ਵੀ ਨਹੀਂ ਪਤਾ ਹੁੰਦਾ ਇਹ ਮੇਰਾ ਭਰਾ ਹੈ, ਇਹ ਮੇਰੀ ਭੈਣ ਹੈ, ਇਹ ਮੇਰੀ ਭੂਆ, ਇਹ ਮੇਰੀ ਤਾਈ ਚਾਚੀ, ਉਹ ਕੁਝ ਵੀ ਉਸ ਬੱਚੇ ਨੂੰ ਨਹੀਂ ਪਤਾ। ਪਰ ਜਿਵੇਂ ਜਿਵੇਂ ਉਹਦੇ ਦਿਮਾਗ ਵਿੱਚ ਗੱਲਾਂ ਬੈਠਦੀਆਂ ਨੇ, ਤਿਵੇਂ ਤਿਵੇਂ ਉਹਨੂੰ ਸੰਸਾਰ ਦਾ ਪਤਾ ਲੱਗਣ ਲੱਗ ਜਾਂਦਾ ਹੈ। ਇੱਕ ਦਿਨ ਫਿਰ ਉਹਦੇ ਅੰਦਰ ਮਾਇਆ ਦੀ ਮਮਤਾ ਦਾ ਘੇਰਾ ਪੈ ਜਾਂਦਾ ਹੈ। ਉਹ ਐਸਾ ਘੇਰਾ ਪੈ ਜਾਂਦਾ ਹੈ, ਬਸ ਉਹਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ। ਉਹ ਫਿਰ ਉਹਦੇ ਤੋਂ ਉੱਪਰ ਨਹੀਂ ਉੱਠਦਾ ਤੇ ਜ਼ਿੰਦਗੀ ਦਾ ਸਮਾਂ ਸਾਰੇ ਦਾ ਸਾਰਾ ਹੀ ਗਵਾ ਕੇ ਚਲਾ ਜਾਂਦਾ ਹੈ। ਉਹਦੇ ਅੰਦਰ ਕਦੇ ਵੀ ਬ੍ਰਹਮ ਦਾ ਨਿਵਾਸ ਨਹੀਂ ਹੁੰਦਾ, ਭਾਵ ਆ ਰੱਬੀ ਬਾਣੀ ਦਾ ਨਿਵਾਸ ਨਹੀਂ ਹੁੰਦਾ। ਉਹ ਫਿਰ ਉਹਦੀ ਹਾਲਤ ਕੀ ਹੁੰਦੀ, ਉਹਨੂੰ ਜਿਵੇਂ ਦੱਸਿਆ ਤਿਵੇਂ, ਜਿਵੇਂ ਕਈ ਆਪਣੇ ਵਡੇਰਿਆਂ ਨੂੰ ਮੰਨਦੇ ਆ, ਉਹ ਬੱਚਿਆਂ ਨੂੰ ਲੈ ਕੇ ਵੀ ਉੱਥੇ ਚੱਲਦੇ ਆ। ਹੁਣ ਜਿਵੇਂ ਉਹਨਾਂ ਨੂੰ ਦੱਸੋਗੇ ਅੱਗੋਂ ਉਹ ਵੀ ਤੇ ਉਸੇ ਤਰ੍ਹਾਂ ਹੀ ਕਰਨਗੇ। ਉਹਨਾਂ ਆਖਿਆ ਸਾਡੇ ਵੀ ਬਜ਼ੁਰਗ ਇਦਾਂ ਕਰਦੇ ਸੀ, ਅਸੀਂ ਵੀ ਇਦਾਂ ਹੀ, ਸਾਡੀ ਅੱਗੋਂ ਆਉਣ ਵਾਲੀ ਪੀੜ੍ਹੀ ਵੀ ਉਦਾਂ ਹੀ ਕਰੇਗੀ। ਹੁਣ ਜਿੱਦਾਂ ਦੀ ਗੱਲ ਉਦਾਂ ਦੇ ਬਿਠਾ ਦਿੱਤੀ। ਹੁਣ ਸਾਨੂੰ ਗੁਰਬਾਣੀ ਵਿੱਚ ਤਾਂ ਸਮਝਾਇਆ ਗਿਆ ਸੀ, ਕਹਿਣ ਲੱਗੇ ਤੇਰੇ ਅੰਦਰ ਹੀ ਬ੍ਰਹਮ ਹੈ, ਉਸ ਬ੍ਰਹਮ ਦੀ ਬਾਣੀ ਦਾ ਨਿਵਾਸ ਕਰ ਤੇ ਬ੍ਰਹਮ ਨੂੰ ਪਾ ਲੈ। ਪਰ ਤੇਰੀ ਹਾਲਤ ਤਾਂ ਮਾਇਆ ਦੀ ਮਮਤਾ ਵਿੱਚ ਐਸੀ ਹੋ ਗਈ ਕਿ ਮਨ ਚਲਾਕ ਹੋ ਗਿਆ, ਮਨ ਚਤਰ ਹੋ ਗਿਆ, ਮਨ ਸਿਆਣਾ ਹੋ ਗਿਆ। ਇਹ ਬਾਹਰ ਹੀ ਛਾਲਾ ਮਾਰਦਾ, ਅੰਦਰ ਟਿਕਣ ਵਾਸਤੇ ਤਿਆਰ ਨਹੀਂ। ਫਿਰ ਹਾਲਤ ਕੀ ਹੋਈ, ਜਿਉਂ ਕਸਤੂਰੀ ਮਿਰਗ ਨ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਘਟ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਜਿਵੇਂ ਹਿਰਨ ਨੂੰ ਨਹੀਂ ਨਾ ਪਤਾ ਲੱਗਦਾ ਕਿ ਸੁਗੰਧੀ ਮੇਰੇ ਅੰਦਰ ਹੈ, ਅੰਦਰੋਂ ਆ ਰਹੀ ਹੈ,
ਭਰਮ ਪੈ ਗਿਆ, ਬਾਹਰੋਂ ਸ਼ਿਕਾਰੀਆਂ ਦੇ ਹੱਥ ਆਇਆ ਤੇ ਮਾਰਿਆ ਗਿਆ। ਜੇ ਅਸੀਂ ਵੀ ਉਹਨਾਂ ਦੇ ਹੱਥਾਂ 'ਚ ਆ ਗਏ ਜਿਹੜੇ ਸਾਨੂੰ ਰੱਬ ਬਾਹਰੋਂ ਦਿਖਾਣਾ ਚਾਹੁੰਦੇ ਨੇ, ਤੇ ਉਹ ਫਿਰ ਸਾਨੂੰ ਲੁੱਟ ਲੈਣਗੇ, ਠੱਗ ਲੈਣਗੇ। ਅਸੀਂ ਲੁੱਟੇ ਠੱਗੇ ਜਾਵਾਂਗੇ ਉਹਨਾਂ ਦੇ ਹੱਥੋਂ। ਉਸ ਘਰ ਵਿੱਚ ਆਓ ਜਿਹਨੇ ਤੁਹਾਨੂੰ ਅੰਦਰ ਬ੍ਰਹਮ ਦਿਖਾਉਣਾ ਹੈ, ਬ੍ਰਹਮ ਦੀ ਬਾਣੀ ਦਾ ਵਾਸਾ ਤੁਹਾਡੇ ਅੰਦਰ ਕਰਨਾ ਹੈ। ਇਹ ਤੋਂ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਆ ਬ੍ਰਹਮ ਦੀ ਵਿਚਾਰ ਵਾਲੀ ਬਾਣੀ ਹੈ, ਜਿਹਦੇ ਅੰਦਰ ਇਹ ਨਿਵਾਸ ਕਰ ਜਾਏਗੀ ਹਿਰਦੇ ਦੇ ਅੰਦਰ, ਉਹਨੂੰ ਬ੍ਰਹਮ ਦੀ ਪ੍ਰਾਪਤੀ ਹੋਵੇਗੀ। ਇਸ ਲਈ ਕਿਹਦੇ ਅੰਦਰ ਹੋਏਗੀ? ਜਿਹਨੇ ਵਿਖਿਆ ਨੂੰ ਤਿਆਗ ਦਿੱਤਾ ਔਰ ਜਿਹਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ। ਅੱਜ ਦੇ 2 ਪਾਵਨ ਸ਼ਲੋਕ ਜਿਨ੍ਹਾਂ ਵਿੱਚੋਂ ਆਪਾਂ ਇਹ ਗੱਲ ਸਮਝੀ ਹੈ ਕਿ ਜੇ ਵਿਖਿਆ ਸਗਲੀ ਤਜੀ ਲਿਓ ਭੇਖ, ਬੈਰਾਗ ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਉਸ ਮਨ ਦੇ ਜਿਹੜੇ ਮਸਤਕ ਦੇ ਭਾਗ ਚੰਗੇ ਹੁੰਦੇ ਨੇ, ਸਦਾ ਖਿੜਿਆ ਰਹਿੰਦਾ। ਤੇ ਜਿਨ੍ਹਾਂ ਨੇ ਜਿਹੇ ਮਾਇਆ ਮਮਤਾ ਤਜੀ ਸਭ ਤੇ ਪਇਓ, ਉਦਾਸ ਉਪਰਾਮ ਹੋ ਗਿਆ। ਕਹੋ ਨਾਨਕ ਸੁਨ ਰੇ ਮਨਾ, ਤੇ ਘਟ ਬ੍ਰਹਮ ਨਿਵਾਸ। ਉਹਦੇ ਘਟ ਵਿੱਚ, ਹਿਰਦੇ ਵਿੱਚ ਬ੍ਰਹਮ ਦੀ ਬਾਣੀ ਦਾ, ਬ੍ਰਹਮ ਨਾਮ ਜਿਹੜਾ ਉਹਦਾ ਨਿਵਾਸ ਹੁੰਦਾ ਹੈ। ਫਿਰ ਜਿਹੜਾ ਅੰਦਰ ਅੰਮ੍ਰਿਤ ਹੈ ਨਾ, ਉਸ ਅੰਮ੍ਰਿਤ ਤੱਕ ਉਹਦੀ ਪਹੁੰਚ ਬਣ ਜਾਂਦੀ ਹੈ। ਫਿਰ ਉਹ ਆਤਮਕ ਤਲ ਤੇ ਵੀ ਤੇ ਮਾਨਸਿਕ ਤਲ ਤੇ ਵੀ ਨਾਮ ਦਾ ਹੀ ਰਸ ਲੈਂਦਾ ਹੈ। ਉਹ ਕਦੇ ਵਿਸ਼ੇ ਵਿਕਾਰਾਂ ਦੇ ਰਸ ਵਾਲੇ ਪਾਸੇ ਉਹਦਾ ਧਿਆਨ ਨਹੀਂ ਜਾਂਦਾ। ਅਸੀਂ ਵੀ ਸਾਰੇ ਜਾਣੇ ਰਲ ਕੇ ਬੇਨਤੀ ਕਰੀਏ, ਦਾਤਾ ਜੀ ਤੁਹਾਡੇ ਘਰ ਆਏ ਆ, ਤੁਸੀਂ ਸਾਡੇ ਤੇ ਇੱਕ ਮਿਹਰ ਕਰੋ। ਸਾਰਾ ਦਿਨ ਸਾਡੇ ਅੰਦਰ ਅੰਮ੍ਰਿਤ ਦਾ ਰਸ ਝਿਮ ਝਿਮ ਵਰਸੇ, ਅੰਮ੍ਰਿਤ ਧਾਰਾ, ਉਹ ਅੰਮ੍ਰਿਤ ਦੀ ਧਾਰਾ ਵਰਸਦੀ ਰਵੇ। ਅਸੀਂ ਅੰਮ੍ਰਿਤ ਦਾ ਸਵਾਦ ਅੰਦਰੋਂ ਲੈਂਦੇ ਰਹੀਏ। ਸਾਡੇ ਤੇ ਇੱਕ ਕਿਰਪਾ ਕਰ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਸਤਿਗੁਰੂ ਜੀ ਦੇ ਦੁਆਰੇ ਆ ਕੇ ਇਹ ਅਰਦਾਸ ਕਰਕੇ ਨਾਮ ਦੀ ਦਾਤ ਲਈਏ, ਜਿਹਦੇ ਵਿੱਚੋਂ ਅੰਮ੍ਰਿਤ ਰਸ ਸਾਨੂੰ ਮਾਨਸਿਕ ਤਲ ਤੇ ਪ੍ਰਾਪਤ ਹੋਵੇ, ਤੇ ਨਾਮ ਦਾ ਰਸ ਲੈਂਦਿਆਂ ਹੋਇਆਂ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਬਾਣੀ ਦੇ ਧਾਰਨੀ, ਨਿਤਨੇਮ ਦੇ ਧਾਰਨੀ ਬਣਾਉਣ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਸਮੱਤ ਬਖਸ਼ ਕੇ ਆਪ ਹੀ ਵਿਚਾਰ ਕਰਵਾ ਲੈਣ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਜਿਹੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤੇ ਘਟ ਬ੍ਰਹਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।